ਸਾਡਾ ਟੀਵੀ USA ਵੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਇੱਕ ਵਾਰ ਫਿਰ ਨਿੱਘੀ ਜੀ ਆਇਆਂ ਤੇ ਪਿਆਰ ਭਰੀ ਗੁਰਫਤਿਹ ਪ੍ਰਵਾਨ ਹੋਵੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹਦੇ ਨਾਲ ਹੀ ਸਾਡਾ ਰੇਡੀਓ USA ਲਾਈਵ ਸੁਣ ਰਹੇ ਸਾਰੇ ਹੀ ਸਰੋਤਿਆਂ ਦਾ ਵੀ ਅਸੀਂ ਤਹਿ ਦਿਲੋਂ ਉਹਨਾਂ ਨੂੰ ਜੀ ਆਇਆਂ ਕਹਿੰਦੇ ਹਾਂ, ਧੰਨਵਾਦ ਆਖਦੇ ਹਾਂ। ਅੱਜ ਅਸੀਂ ਕਿਸਾਨੀ ਸੰਘਰਸ਼ ਦੇ ਉੱਤੇ, ਕਿਉਂਕਿ ਜੋ ਦਿੱਲੀ ਦੇ ਵਿੱਚ ਮੋਰਚਿਆਂ ਦੇ ਉੱਤੇ ਕਿਸਾਨ ਡਟੇ ਬੈਠੇ ਆ, ਔਰ ਪਲ ਪਲ ਦੀ ਜਿਹੜੀ ਨਜ਼ਰ ਦੁਨੀਆ ਭਰ ਤੋਂ ਉਸ ਕਿਸਾਨੀ ਮੋਰਚੇ ਦੇ ਉੱਤੇ ਰੱਖੀ ਜਾ ਰਹੀ ਹੈ। ਉਹਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਦੁਨੀਆ ਭਰ ਦੀਆਂ ਸ਼ਖਸੀਅਤਾਂ ਆ, ਉਹ ਵੀ ਆਪਣੇ ਜਿਹੜੀਆਂ ਭਾਵਨਾਵਾਂ ਟਵੀਟ ਦੇ ਰਾਹੀਂ ਪ੍ਰਗਟ ਕਰਦੀਆਂ ਆ। ਔਰ ਜਿਹੜੀਆਂ ਇੰਟਰਨੈਸ਼ਨਲ ਸ਼ਖਸੀਅਤਾਂ ਦੇ ਟਵੀਟ ਕਰਨ ਤੋਂ ਬਾਅਦ ਜਿਹੜਾ ਇਸ ਮੋਰਚੇ ਨੂੰ ਹੋਰ ਜ਼ਿਆਦਾ ਬਲ ਮਿਲਿਆ ਆ। ਉੱਥੇ ਅਸੀਂ ਜਦੋਂ ਗੱਲ ਕਰਦੇ ਹਾਂ ਕਿਸਾਨੀ ਹੱਕਾਂ ਦੀ, ਜਾਂ ਜਿਹੜੀਆਂ ਕਿਸਾਨਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਉਣ ਦੀ, ਬਾਬਾ ਬੰਦਾ ਸਿੰਘ ਬਹਾਦਰ ਤੇ ਸਰ ਛੋਟੂ ਰਾਮ ਜੀ, ਉਹਨਾਂ ਦਾ ਜ਼ਿਕਰ ਹਮੇਸ਼ਾ ਹੀ ਆਉਂਦਾ ਆ ਕਿ ਉਹਨਾਂ ਨੇ ਜਿਹੜੇ ਕਿਸਾਨਾਂ ਨੂੰ ਉਹਨਾਂ ਦੇ ਹੱਕ ਦਿਵਾਉਣ ਦੇ ਵਾਸਤੇ ਜਿਹੜੇ ਸੰਘਰਸ਼ ਕੀਤੇ। ਔਰ ਇਸੇ ਦੇ ਬਾਰੇ ਵਿੱਚ ਸਾਡੇ ਨਾਲ ਗੱਲ ਕਰਨ ਦੇ ਵਾਸਤੇ ਅੱਜ ਸਾਡੇ ਨਾਲ ਲਾਈਵ ਤੇ ਜੁੜੇ ਹੋਏ ਨੇ ਸਰਦਾਰ ਇੰਦਰਜੀਤ ਸਿੰਘ ਜੀ ਬੱਲੋਵਾਲ। ਅਸੀਂ ਉਹਨਾਂ ਦਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ ਸਾਡਾ ਟੀਵੀ USA ਦੇ ਉੱਤੇ ਤੇ ਸਾਡਾ ਰੇਡੀਓ USA ਦੇ ਉੱਤੇ। ਸਰਦਾਰ ਇੰਦਰਜੀਤ ਸਿੰਘ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਹਾਂਜੀ, ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਜਿੱਦਾਂ ਮੈਂ ਗੱਲ ਕਰ ਰਿਹਾ ਸੀਗਾ ਜੀ, ਆਪਾਂ ਕਿਉਂਕਿ ਕਿਸਾਨੀ ਸੰਘਰਸ਼ ਦੇ ਨਾਲ ਜੁੜੀਆਂ ਹੋਈਆਂ ਅੱਜ ਹਰ ਇੱਕ ਚੈਨਲ ਦੇਖ ਲਓ, ਜਾਂ ਟੀਵੀ ਦੇਖ ਲਓ, ਜਾਂ ਤੁਸੀਂ ਰੇਡੀਓ ਦੇਖ ਲਓ, ਹਰ ਇੱਕ ਜਗ੍ਹਾ ਤੇ ਗੱਲ ਹੁੰਦੀ ਹੈ ਕਿਸਾਨੀ ਸੰਘਰਸ਼ ਦੀ। ਅਸੀਂ ਹੋਰ ਖਬਰਾਂ ਵਾਲੇ ਪਾਸੇ ਸਾਡਾ ਕਈ ਵਾਰੀ ਮਨ ਹੀ ਨਹੀਂ ਜਾਂਦਾ। ਸੋ ਜੀ ਸੰਘਰਸ਼ ਦੀਆਂ ਖਬਰਾਂ ਅਸੀਂ ਵੇਖਦੇ ਰਹਿੰਦੇ ਹਾਂ, ਪਰ ਇਸ ਸੰਘਰਸ਼ ਦੇ ਪਿੱਛੇ ਜਿਹੜਾ ਬਹੁਤ ਸਾਰੇ ਲੋਕਾਂ ਦੀਆਂ ਘਾਲਣਾਵਾਂ, ਜਿੱਦਾਂ ਅਸੀਂ ਸ਼ੁਰੂ ਦੇ ਵਿੱਚ ਗੱਲ ਕਰਦੇ ਹਾਂ ਕਿ ਬਾਬਾ ਬੰਦਾ ਸਿੰਘ ਬਹਾਦਰ ਦੀ, ਉਹਨਾਂ ਨੇ ਕਿਸਾਨਾਂ ਨੂੰ ਜਿਹੜੇ ਮੁਜ਼ਾਹਰਿਆਂ ਤੋਂ ਉਹਨਾਂ ਨੂੰ ਮਾਲਕ ਬਣਾਇਆ। ਉਸ ਤੋਂ ਬਾਅਦ ਦੂਜੇ ਨੰਬਰ ਤੇ ਗੱਲ ਆਉਂਦੀ ਹੈ ਸਰ ਛੋਟੂ ਰਾਮ ਦੀ। ਪਿਛਲੇ ਦਿਨਾਂ ਦੇ ਵਿੱਚ ਸਰ ਛੋਟੂ ਰਾਮ ਹੋਣੇ ਜਿਹੜੇ ਕਿਸਾਨੀ ਸੰਘਰਸ਼ ਦੇ ਵੀ ਪਿਤਾਮਾ ਆ, ਉਹਨਾਂ ਦੀ ਬਰਸੀ ਵੀ ਮਨਾਈ ਗਈ ਆ। ਤੇ ਸਾਡਾ ਟੀਵੀ USA ਨੇ ਵੀ ਮਹਿਸੂਸ ਕੀਤਾ ਸੀ ਕਿ ਉਹਨਾਂ ਦੀ ਬਰਸੀ ਨੂੰ ਸਮਰਪਿਤ ਜਿਹੜੀ ਆਪਣੇ ਸਰੋਤਿਆਂ ਤੱਕ ਤੇ ਦਰਸ਼ਕਾਂ ਤੱਕ ਜਿਹੜੀ ਗੱਲ ਜ਼ਰੂਰ ਸਾਂਝੀ ਕੀਤੀ ਜਾਵੇ। ਸੋ ਅਸੀਂ ਤੁਹਾਡੇ ਕੋਲ ਇਹੀ ਜਿਹੜਾ ਆਸ ਲੈ ਕੇ ਤੁਹਾਨੂੰ ਨਾਲ ਅਸੀਂ ਆਪਣੇ ਜੋੜਿਆ ਕਿ ਸਰ ਛੋਟੂ ਰਾਮ ਜੀ, ਜਿਨ੍ਹਾਂ ਦੀ ਬਰਸੀ ਪੂਰੇ ਦੇਸ਼ ਦੇ ਵਿੱਚ, ਦੁਨੀਆ ਭਰ ਦੇ ਵਿੱਚ ਮਨਾਈ ਗਈ ਆ, ਕਿਸਾਨੀ ਸੰਘਰਸ਼ ਦੇ ਵਿੱਚ ਉਹਨਾਂ ਦਾ ਕੀ ਯੋਗਦਾਨ ਹੈ, ਉਹ ਸਾਡੇ ਸਰੋਤਿਆਂ ਦੇ ਨਾਲ ਤੁਸੀਂ ਜ਼ਰੂਰ ਸਾਂਝਾ ਕਰੋ ਜੀ। ਹਾਂਜੀ, ਸਰਦਾਰ ਸਿਮਰਨ ਸਿੰਘ ਜੀ, ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਸਾਡਾ ਟੀਵੀ USA ਨੂੰ ਔਰ ਸਾਡਾ ਰੇਡੀਓ USA ਜੀ, ਉਹਨੂੰ ਜਿੰਨੇ ਵੀ ਸੁਣ ਰਹੇ ਸਾਡੇ ਵੀਰ ਭੈਣਾਂ, ਮਾਤਾਵਾਂ, ਬਜ਼ੁਰਗ, ਸਾਡੇ ਮਿੱਤਰ, ਸਾਰਿਆਂ ਨੂੰ ਫਤਿਹ ਪ੍ਰਵਾਨ ਹੋਵੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਦੇਖੋ ਤੁਹਾਡੀ ਗੱਲ ਸਹੀ ਆ ਵੀ ਵਿਸ਼ਾ ਜਿਹੜਾ ਸਬਜੈਕਟ ਆ ਅੱਜ ਦੇ ਦੌਰ ਦੇ ਵਿੱਚ, ਜੋ ਕਿਸਾਨ ਮਜ਼ਦੂਰ ਸੰਘਰਸ਼ ਚੱਲ ਰਿਹਾ, ਹਰ ਇੱਕ ਦੀ ਨਿਗਾਹ ਉਹਦੇ ਉੱਪਰ ਟਿਕੀ ਹੋਈ ਆ ਜੀ, ਕਿਉਂਕਿ ਬਹੁਤ ਹੀ ਇੱਕ ਮਤਲਬ ਇਹੋ ਜਿਹਾ ਅੰਦੋਲਨ ਆ, ਇੱਕ ਇਹੋ ਜਿਹਾ ਇਹ ਸੰਘਰਸ਼ ਆ ਵੀ ਅਗਰ ਇਹਦੇ ਵਿੱਚ ਅਸੀਂ ਫੇਲ ਹੋ ਜਾਂਦੇ ਆ ਤਾਂ ਸਮਝ ਲਓ ਫਿਰ ਅਸੀਂ ਗੁਲਾਮ ਬਣ ਜਾਂਦੇ ਆ ਉਸ ਮਨੂਵਾਦੀ ਸਿਸਟਮ ਦੇ। ਠੀਕ ਨਹੀਂ? ਇਹ ਬੜੀ ਇੱਕ, ਜੇਕਰ ਅਸੀਂ ਪੂਰੀ ਤਰ੍ਹਾਂ ਇਹਨੂੰ ਘੋਖੀਏ, ਅਗਰ ਅਸੀਂ ਇਹ ਸਿਸਟਮ, ਅਗਰ ਇਹ ਅੰਦੋਲਨ ਫੇਲ ਹੁੰਦਾ ਹੈ ਨਾ, ਇਹ ਸਿਸਟਮ ਫੇਲ ਹੋਣ ਤੋਂ ਬਾਅਦ ਉਹਨਾਂ ਨੇ ਇੱਕ ਜਿਹੜਾ ਸਿਸਟਮ ਲਾਗੂ ਕਰਨ ਜਾ ਰਹੇ ਆ, ਜਿਹਨੂੰ ਆਪਾਂ ਇਹ ਕਹਿ ਲਈਏ ਫਿਊਡਲਿਜ਼ਮ, ਜਿਹੜਾ ਉਹ ਲੈ ਕੇ ਆ ਰਹੇ ਆ ਜੀ। ਠੀਕ ਨੇ? ਮਤਲਬ ਕਿ ਕੰਮ ਕਰਨ ਵਾਲੇ ਲੋਕ ਹੋਣਗੇ 80-85%, 90%, ਪਰ ਉਹ ਮਾਲਕ ਨਹੀਂ ਕਦੇ ਬਣ ਸਕਦੇ ਜੀ। ਠੀਕ ਨੇ? ਜਿਵੇਂ ਕਿ ਪਹਿਲਾਂ ਇਹ ਜਿਹੜਾ ਫਿਊਡਲ ਸਿਸਟਮ ਜਿਹੜਾ ਸੀਗਾ ਨਾ, ਪਹਿਲਾਂ ਇਹੀ ਚੱਲਦਾ ਸੀ ਇੰਡੀਆ ਦੇ ਵਿੱਚ ਜੀ। ਜੇ ਅਸੀਂ ਇਤਿਹਾਸਕ ਤੌਰ ਤੇ ਨਿਗਾਹ ਮਾਰੀਏ ਤਾਂ ਜਿਹੜਾ ਗੁਪਤਾ ਪੀਰੀਅਡ ਆ ਇਹਨਾਂ ਦਾ ਜੀ, ਗੁਪਤਾ ਪੀਰੀਅਡ ਨੂੰ ਇੱਕ ਗੋਲਡਨ ਐਰਾ ਮੰਨਦੇ ਆ, ਲੇਕਿਨ ਉਸ ਵੇਲੇ ਉੱਥੇ ਇਹ ਫਿਊਡਲਿਜ਼ਮ ਲਾਗੂ ਕੀਤਾ ਗਿਆ, ਇੱਕ ਜ਼ਗੀਰਦਾਰੀ ਸਿਸਟਮ ਲਾਗੂ ਕੀਤਾ ਗਿਆ। ਠੀਕ ਨਹੀਂ? ਬਾਕੀ ਲੋਕ ਜਿਹੜੇ ਆ ਕਿਰਤ ਕਰਨ ਵਾਲੇ, ਕਿਰਤੀ ਮਜ਼ਦੂਰ ਤੇ ਕਿਸਾਨ, ਇਹ ਮੁਜ਼ਾਹਰੇ, ਇਹ ਸਾਰੇ ਖੇਤਾਂ 'ਚ ਕੰਮ ਕਰਨ ਵਾਲੇ ਸੀਗੇ ਵਿਚਾਰੇ ਸਾਰੇ। ਇਹਨਾਂ ਨੂੰ
ਸਿਰਫ ਰੋਟੀ ਪਾਣੀ ਉਹ ਵੀ ਢਿੱਡ ਭਰ ਕੇ ਨਹੀਂ ਸੀ ਮਿਲਦਾ ਖਾਣ ਨੂੰ। ਜੀ ਇਸ ਫਿਊਡਲਿਜ਼ਮ ਸਿਸਟਮ ਨੂੰ ਸਿੱਖੀਜ਼ਮ ਨੇ ਤੋੜਿਆ ਸਭ ਤੋਂ ਪਹਿਲਾਂ। ਬਹੁਤ ਹੀ ਕਰਾਰੀ ਚੋਟ ਇਹਦੇ ਪਰ ਮਾਰੀ ਹੈ। ਇਹ ਜਦੋਂ ਤੋਂ ਭਗਤੀ ਲਹਿਰ ਚੱਲੀ ਆ, ਸਮਝ ਲਓ ਉਦੋਂ ਤੋਂ ਇਸ ਸਿਸਟਮ ਦੇ ਉੱਪਰ ਚੋਟਾਂ ਵੱਜਣੀਆਂ ਸ਼ੁਰੂ ਹੋ ਗਈਆਂ। ਜੀ ਬਿਨਾਂ ਸ਼ੱਕ ਇਸਲਾਮ ਭਾਰਤ ਵਿੱਚ ਆਇਆ, ਉਸਨੇ ਵੀ ਇਸ ਸਿਸਟਮ ਨੂੰ ਤੋੜਿਆ, ਬਹੁਤ ਕਾਫੀ ਹੱਦ ਤੱਕ ਤੋੜਿਆ। ਔਰ ਜਦੋਂ ਸਿੱਖ ਸੰਘਰਸ਼ ਸ਼ੁਰੂ ਹੁੰਦਾ, ਗੁਰੂ ਸਾਹਿਬਾਂ ਦਾ ਟਾਈਮ ਆਉਂਦਾ, ਉਹਨਾਂ ਨੇ ਤਾਂ ਫਿਰ ਡਾਇਰੈਕਟ ਜਿੱਦਾਂ ਇੱਧਰ ਨੂੰ ਪੂਰਾ ਇਸ ਸਿਸਟਮ ਦੀਆਂ ਜੜ੍ਹਾਂ ਨੂੰ ਹੀ ਪੱਟ ਕੇ ਰੱਖ ਦਿੱਤਾ। ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਤਾਂ ਉਹਦੀਆਂ ਜੜ੍ਹਾਂ ਨੂੰ ਹੀ ਨਹੀਂ ਪੱਟਿਆ, ਬਲਕਿ ਜਿਹੜਾ ਨੂੰ ਮੁਜ਼ਾਹਰੇ ਗੁਲਾਮ ਕਿਹਾ ਜਾਂਦਾ ਸੀਗਾ, ਜਿਹੜੇ ਖੇਤਾਂ 'ਚ ਕੰਮ ਕਰਨ ਵਾਲੇ ਸੀ, ਉਹਨੂੰ ਉਹਦੇ ਮਾਲਕ ਬਣਾ ਦਿੱਤਾ। ਜੀ ਉਸ ਫਿਊਡਲਿਜ਼ਮ ਸਿਸਟਮ ਦੀਆਂ ਜੜ੍ਹਾਂ ਹੀ ਖੋਖਲੀਆਂ ਕਰਕੇ ਪੱਟ ਸਿੱਟੀਆਂ, ਉਹ ਜ਼ਗੀਰਦਾਰੀ ਸਿਸਟਮ ਨੂੰ ਖਤਮ ਕਰ ਦਿੱਤਾ। ਤੇ ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਬਹੁਤ ਹੀ ਵਧੀਆ ਰਾਜ ਸੀਗਾ। ਲੋਕੀ ਵਧੀਆ ਆਪਣਾ ਜ਼ਿੰਦਗੀ ਬਤੀਤ ਕਰਦੇ ਸੀਗੇ, ਰੋਟੀ ਪਾਣੀ ਖਾਂਦੇ ਸੀਗੇ, ਸਾਰੇ ਧਰਮਾਂ ਨੂੰ ਬਰਾਬਰਤਾ ਸੀਗੀ। ਤੇ ਚਲੋ ਬ੍ਰਿਟਿਸ਼ ਦਾ ਟਾਈਮ ਆ ਗਿਆ। ਬ੍ਰਿਟਿਸ਼ ਦਾ ਰਾਜ ਜਿਹੜਾ ਸੀਗਾ ਉਹ ਵੀ ਇੱਕ ਸਾਮਰਾਜੀ ਰਾਜ ਸੀ। ਜੀ ਉਹਨਾਂ ਨੇ ਵੀ ਜਿਹੜਾ ਫਿਊਡਲਿਜ਼ਮ ਜਿਹੜਾ ਹੈ ਉਹਨੂੰ ਕਾਫੀ ਉਤਸ਼ਾਹਿਤ ਵੀ ਕੀਤਾ। ਪਰ ਉਸ ਵੇਲੇ ਸੰਘਰਸ਼ ਇਹੋ ਜਿਹਾ ਚੱਲ ਰਿਹਾ ਸੀਗਾ ਵੀ ਉਧਰ ਯੋਧੇ, ਜਦੋਂ ਸਰ ਛੋਟੂ ਰਾਮ ਵਰਗੇ, ਡਾਕਟਰ ਅੰਬੇਡਕਰ ਸਾਹਿਬ ਵਰਗੇ, ਇਹ ਜਿਹੜੇ ਮਹਾਨ ਜਰਨੈਲ ਭਾਰਤ ਦੀ ਧਰਤੀ ਤੇ, ਇਹ ਵੀ ਲੋਕਾਂ ਦਾ ਜੀਵਨ ਸੁਧਾਰਨ ਵਾਸਤੇ ਆਰਥਿਕ ਤੌਰ ਤੇ ਜਾਂ ਸਮਾਜਿਕ ਤੌਰ ਤੇ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ। ਜੀ ਇਹ ਗੱਲ ਅਕਸਰ ਆਪਾਂ ਮੰਨਦੇ ਹਾਂ ਕਿ ਬ੍ਰਿਟਿਸ਼ ਨੇ ਜਿਹੜੇ ਜੈਲਦਾਰ, ਜ਼ਗੀਰਦਾਰ, ਉਹਨਾਂ ਦੇ ਸਿਰ ਤੇ ਰਾਜ ਕੀਤਾ ਹੈ। ਜੀ ਉਹਨਾਂ ਨੇ ਮਤਲਬ ਕਿਹੋ ਜਿਹਾ ਉਹੀ ਸਿਸਟਮ ਸਾਰਾ ਲਾਗੂ ਕਰਕੇ ਨਾ, ਫਿਊਡਲਿਜ਼ਮ। ਤੇ ਸਰ ਛੋਟੂ ਰਾਮ ਜੀ ਇੱਕ ਇਹੋ ਜਿਹੇ ਉਸ ਮਹਾ ਪੰਜਾਬ ਦੇ ਨਾਇਕ ਹੋਏ ਆ, ਜਿਨ੍ਹਾਂ ਨੇ ਉਸ ਜ਼ਗੀਰਦਾਰੀ ਸਿਸਟਮ ਨੂੰ, ਸ਼ਾਹੂਕਾਰੀ ਸਿਸਟਮ ਨੂੰ ਪੂਰੀ ਤਰ੍ਹਾਂ ਤਹਿਸ ਨਹਿਸ ਕਰ ਦਿੱਤਾ। ਜੀ ਐਡਾ ਮਹਾਨ ਯੋਧਾ, ਜੇ ਆਪਾਂ ਇਹ ਗੱਲ ਕਹਿ ਲਈਏ, ਜਿਵੇਂ ਕਿ ਗੁਰੂ ਸਾਹਿਬ ਜੀ ਦਾ ਵੀ ਇੱਕ ਸ਼ਲੋਕ ਆ ਕਿ ਐਸੇ ਬਿਰਲੇ ਜਨ ਜਗ ਅੰਦਰ ਪਰਖ ਖਜ਼ਾਨੇ ਪਾਇਆ, ਜੀ ਜਾਤ ਵਰਨ ਤੇ ਭੈ ਅਤੀਤਾ ਮਮਤਾ ਲੋਭ ਚਕਾਇਆ। ਜੀ ਜਾਣੀ ਕਿ ਇਹੋ ਜਿਹਾ ਜਿਹਨੂੰ ਉਹ ਮਸੀਹਾ ਅਸੀਂ ਮੰਨਦੇ ਆ, ਪਰ ਦੁੱਖ ਦੀ ਗੱਲ ਇਹ ਆ ਕਿ ਸਾਨੂੰ ਇਤਿਹਾਸ ਦੇ ਵਿੱਚ ਖਾਸ ਕਰਕੇ ਪੰਜਾਬੀਆਂ ਨੂੰ, ਪੰਜਾਬ ਵਾਲਿਆਂ ਨੂੰ ਸਰ ਛੋਟੂ ਰਾਮ ਦਾ ਬਹੁਤਿਆਂ ਨੂੰ ਪਤਾ ਹੀ ਨਹੀਂ ਹੈਗਾ। ਉਹਦਾ ਕਾਰਨ ਇਹ ਹੈ ਕਿ ਇਤਿਹਾਸ ਵਿੱਚ ਪੜ੍ਹਾਇਆ ਹੀ ਨਹੀਂ ਗਿਆ ਇਹੋ ਜਿਹੇ ਮਹਾਨਾਇਕ। ਹੁਣ ਤੁਸੀਂ ਦੇਖ ਸਕਦੇ ਹੋ ਵੀ ਸਕੂਲਾਂ ਕਾਲਜਾਂ ਦੇ ਵਿੱਚ ਗਾਂਧੀ ਪੜ੍ਹਾਇਆ ਜਾਂਦਾ, ਨਹਿਰੂ ਪੜ੍ਹਾਇਆ ਜਾਂਦਾ, ਜੀ ਉੱਥੇ ਨਾ ਤਾਂ ਡਾਕਟਰ ਅੰਬੇਡਕਰ ਪੜ੍ਹਾਇਆ ਜਾਂਦਾ ਤੇ ਨਾ ਹੀ ਸਰ ਛੋਟੂ ਰਾਮ ਵਰਗੇ ਮਹਾਨ ਜਰਨੈਲਾਂ ਦਾ ਇਤਿਹਾਸ ਪੜ੍ਹਾਇਆ ਜਾਂਦਾ। ਇਹੋ ਜਿਹੇ ਬਹੁਤ ਹੀ ਹੀਰੋ, ਨਾਇਕ, ਯੋਧੇ, ਸਮਾਜ ਸੁਧਾਰਕ ਯੋਧੇ ਭਾਰਤ ਦੀ ਧਰਤੀ ਤੇ ਹੋਏ ਆ, ਉਹਨਾਂ ਦਾ ਲੋਕਾਂ ਨੂੰ ਪਤਾ ਹੀ ਨਹੀਂ, ਕਿਉਂਕਿ ਇਤਿਹਾਸ ਵਿੱਚ ਪੜ੍ਹਾਇਆ ਹੀ ਨਹੀਂ ਜਾਂਦਾ। ਆਪਣੇ ਜੋਤੀ ਰਾਏ ਫੂਲੇ, ਆਪਣੇ ਦੂਸਰੇ ਜਿਹੜੇ ਆਪਣੇ ਸਾਊਥ ਇੰਡੀਆ ਵਿੱਚ ਵੀ ਹੋਏ ਆ, ਉਹਨਾਂ ਬਾਰੇ ਲੋਕਾਂ ਨੂੰ ਪਤਾ ਹੀ ਨਹੀਂ ਹੈਗਾ। ਠੀਕ ਨਹੀਂ? ਬਿਲਕੁਲ। ਇੱਥੇ ਜੇ ਸਰਦਾਰ ਇੰਦਰਜੀਤ ਸਿੰਘ ਜੀ, ਕਿ ਮੈਂ ਵੀ ਗੱਲ ਜ਼ਰੂਰੀ ਕਰਨੀ ਚਾਹੂੰਗਾ ਕਿ ਅੱਜ ਜਿਹੜਾ ਸਾਡੇ ਸਿਲੇਬਸਾਂ ਦੇ ਵਿੱਚ ਇਤਿਹਾਸ ਦਾ ਜਿਹੜੇ ਚੈਪਟਰ ਆ, ਉਹ ਜਾਂ ਤਾਂ ਖਤਮ ਕੀਤੇ ਜਾ ਰਹੇ ਆ, ਜਿਹੜੇ ਘੱਟ ਗਿਣਤੀਆਂ ਦੇ ਨਾਲ, ਜਾਂ ਮੰਨ ਲਓ ਪਛੜੀਆਂ ਸ਼੍ਰੇਣੀਆਂ ਦੇ ਨਾਲ, ਜਾਂ ਸਿੱਖੀਜ਼ਮ ਦੇ ਨਾਲ, ਜਾਂ ਜਿਹੜੀਆਂ ਦੂਜੀਆਂ ਛੋਟੀਆਂ ਕੌਮਾਂ ਆ, ਉਹਨਾਂ ਦੇ ਇਤਿਹਾਸ ਜਾਂ ਤਾਂ ਉਹ ਚੈਪਟਰ ਹੀ ਖਤਮ ਕੀਤੇ ਜਾ ਰਹੇ ਆ, ਜੇ ਕਿਤੇ ਕੀਤੇ ਵੀ ਜਾ ਰਹੇ ਆ, ਦਿਖਾਏ ਵੀ ਜਾ ਰਹੇ ਆ, ਪੜ੍ਹਾਏ ਵੀ ਜਾ ਰਹੇ ਆ, ਤੇ ਉਹ ਜਿਹੜੀ ਗਲਤ ਇਨਫੋਰਮੇਸ਼ਨ ਹੈ ਬੱਚਿਆਂ ਤੱਕ ਜਿਹੜੀ ਜਾ ਰਹੀ ਹੈ ਅੱਜ। ਇਹ ਜਿਹੜਾ ਇੱਕ ਬੜਾ ਵੱਡਾ ਵਿਸ਼ਾ ਆ, ਜਿਹੜਾ ਸਕੂਲੀ ਸਿਲੇਬਸਾਂ ਦੇ ਵਿੱਚ ਸਾਡਾ ਜਿਹੜਾ ਐਜੂਕੇਸ਼ਨ ਦਾ ਆ, ਵੀ ਉਹਦੇ ਵਿੱਚ ਇਤਿਹਾਸ ਜਿਹੜਾ ਅਸਲ ਵਿੱਚ ਭਾਰਤ ਦਾ ਇਤਿਹਾਸ ਆ, ਉਹ ਅਸਲ ਵਿੱਚ ਨਹੀਂ ਦਿਖਾਇਆ ਜਾ ਰਿਹਾ, ਬਲਕਿ ਜਿਹੜਾ ਝੂਠ ਦੇ ਆਧਾਰ ਦੇ ਉੱਤੇ, ਝੂਠ ਦੀਆਂ ਬੁਨਿਆਦਾਂ ਜਿਹੜੇ ਇਤਿਹਾਸ ਜਿਨ੍ਹਾਂ ਦੇ ਉੱਤੇ ਖੜਾ, ਉਹਨੂੰ ਜ਼ਿਆਦਾ ਪ੍ਰਮੋਟ ਕੀਤਾ ਜਾ ਰਿਹਾ। ਜੀ ਜੀ ਇਹ ਦੇਖੋ ਸਿਮਰਨ ਸਿੰਘ ਜੀ, ਬਈ ਉਹੀ ਹੈ ਨਾ, ਜਿਹੜੇ ਹੀਰੋ, ਜਿਹੜੇ ਨਾਇਕ ਆ, ਉਹਨਾਂ ਨੂੰ ਖਲਨਾਇਕ ਬਣਾ ਕੇ ਜ਼ਿਆਦਾ ਪੇਸ਼ ਕਰ ਦਿੱਤਾ ਗਿਆ। ਇਹਨਾਂ ਨੇ ਸਿੱਖ ਇਤਿਹਾਸ ਵਿੱਚ ਬਹੁਤ ਮਲੀਆਵੇਟ ਕੀਤਾ, ਬਹੁਤ ਮਿਲਾਵਟ ਕਰ ਦਿੱਤੀ ਗਈ ਹੈ ਜੀ। ਤੇ ਹੁਣ ਜਿਹੜੇ ਫਰੀडम ਫਾਈਟਰ ਹੋਏ ਆ ਬ੍ਰਿਟਿਸ਼ ਦੇ ਸਮੇਂ, ਡਾਕਟਰ ਅੰਬੇਡਕਰ ਸਾਹਿਬ ਵਰਗੇ, ਜੋਤੀ ਰਾਏ ਫੂਲੇ ਵਰਗੇ, ਜੀ, ਫਿਰ ਆਪਾਂ ਸਰ ਛੋਟੂ ਰਾਮ ਜੀ ਲੈ ਲਓ, ਇਹ ਉਹ ਸਰ ਸਿਕੰਦਰ ਹਯਾਤ ਖਾਨ, ਮਤਲਬ ਇਹ
ਇਹ ਕਹਿ ਲਓ ਵੀ ਇਤਿਹਾਸ ਦੇ ਵਿੱਚ ਇਹਨਾਂ ਨੂੰ ਏਡਾ ਮਤਲਬ ਧੱਕਾ ਕੀਤਾ ਗਿਆ ਸਾਡੇ ਇਤਿਹਾਸਕਾਰਾਂ ਵੱਲੋਂ, ਜਾਂ ਮਤਲਬ ਸਿਸਟਮ ਨੇ ਤਾਂ ਕਰਨਾ ਹੀ ਕਰਨਾ। ਕਾਰਨ ਕੀ ਆ ਕਿ ਅਸਲ ਆਜ਼ਾਦੀ ਦੀ ਜੰਗ ਇਹਨਾਂ ਜਰਨੈਲਾਂ ਨੇ ਲੜੀ ਆ ਖਾਲਸਾ ਜੀ, ਪਰ ਪੜ੍ਹਾਏ ਉਹ ਜਾਂਦੇ ਆ ਜਿਨ੍ਹਾਂ ਨੇ ਪਾਵਰ ਟਰਾਂਸਫਾਰਮ ਕਰਾਈ ਗਈ ਆ ਜੀ। ਮਤਲਬ ਕਿ ਨਹਿਰੂ, ਗਾਂਧੀ ਜਾਂ ਕਾਂਗਰਸੀ ਜੀ ਜ਼ਿਆਦਾਤਰ ਉਹਨਾਂ ਨੂੰ ਪੜ੍ਹਾਇਆ ਜਾਂਦਾ, ਜਦੋਂ ਕਿ ਉਹ ਤਾਂ ਉਹਨਾਂ ਨੇ ਇੱਕ ਪਾਵਰ ਟਰਾਂਸਫਰ ਹੋਈ ਆ। ਜੀ ਜਿਵੇਂ ਕਿ ਡਾਕਟਰ ਅੰਬੇਡਕਰ ਸਾਹਿਬ ਵੀ ਕਹਿੰਦੇ ਹੁੰਦੇ ਸੀਗੇ ਬ੍ਰਿਟਿਸ਼ ਨੂੰ ਕਿ ਅਸੀਂ ਗੁਲਾਮਾਂ ਦੇ ਗੁਲਾਮ ਆ, ਬਿਲਕੁਲ। ਅਗਰ ਤੁਸੀਂ ਜਾਣਾ ਛੱਡ ਕੇ ਜਾਓ, ਤੁਸੀਂ ਸਾਡਾ ਦੇਸ਼ ਆਜ਼ਾਦ ਚਾਹੀਦਾ, ਪਰ ਜਾਣ ਤੋਂ ਪਹਿਲਾਂ ਇੱਥੇ ਸੁਧਾਰ ਹੋਣਾ ਚਾਹੀਦਾ, ਕਾਨੂੰਨ ਬਣਨੇ ਚਾਹੀਦੇ ਆ। ਇਹੀ ਤੇ ਸਰ ਛੋਟੂ ਰਾਮ ਜੀ ਸੀਗੇ ਜੀ। ਇਹ ਇਹਨਾਂ ਨੇ ਸ਼ਰੇਆਮ, ਇੱਕ ਇਹਨਾਂ ਦੀ ਕੋਟ ਆ, ਉਹ ਕਹਿੰਦੇ ਬਈ ਚਿੱਟੇ ਅੰਗਰੇਜ਼ਾਂ ਤੋਂ ਆਜ਼ਾਦੀ ਲੈਣੀ ਬੜੀ ਸੌਖੀ ਆ, ਕੋਈ ਔਖਾ ਨਹੀਂ ਭਾਰਤੀਆਂ ਵਾਸਤੇ। ਜੀ ਜੀ। ਪਰ ਉਹ ਕਹਿੰਦੇ ਨੇ ਜੇਕਰ ਕਾਲੇ ਅੰਗਰੇਜ਼ ਜਦੋਂ ਨੂੰ ਆ ਗਏ, ਕਾਲੇ ਅੰਗਰੇਜ਼ਾਂ ਦੇ ਜੇਕਰ ਅਸੀਂ ਗੁਲਾਮ ਹੋ ਗਏ, ਉਹਨਾਂ ਤੋਂ ਆਜ਼ਾਦੀ ਲੈਣੀ ਉਹ ਕਹਿੰਦੇ ਬਹੁਤ ਔਖੀ ਹੈ। ਇਹ ਉਹਨਾਂ ਦੀ ਕੋਟੇਸ਼ਨ ਆ, ਦੇਖੋ। ਬਿਲਕੁਲ ਬਿਲਕੁਲ। ਔਰ ਇਹ ਗੱਲ ਜਿਹੜੀ ਔਰ ਕਿਸਾਨੀ ਨੂੰ ਉਹਨਾਂ ਨੇ ਇੰਨਾ, ਹਾਂਜੀ, ਕਿਸਾਨੀ ਨੂੰ ਉਹਨਾਂ ਨੇ ਇੰਨਾ ਬਲ ਦਿੱਤਾ, ਇੰਨਾ ਸੰਘਰਸ਼ ਕੀਤਾ। ਉਹ ਇੱਕ ਉਹਨਾਂ ਦੀ ਕੋਟੇਸ਼ਨ ਆ ਹੋਰ ਆ, ਉਹ ਇੱਕ ਵਾਰ ਉਹਨਾਂ ਨੇ, ਕਿਉਂਕਿ ਉਹਨਾਂ ਨੇ ਜਾਟ ਗਜ਼ਟ ਪੱਤਰਕਾ ਵੀ ਕੱਢੀ, ਉਹ ਵਕੀਲ ਵੀ ਸੀਗੇ, ਜਰਨਲਿਸਟ ਵੀ ਸੀਗੇ। ਇੱਕ ਉਹਨਾਂ ਦੀ ਬੜੀ ਹੋਰ ਤਕੜੀ ਕੋਟੇਸ਼ਨ ਆ, ਉਹ ਕਹਿੰਦੇ ਕਿ ਕਿਸਾਨ ਕਿਰਤੀ ਮਜ਼ਦੂਰ ਲੋਕ ਨੇ ਜਿਹੜੇ, ਇਹ ਦੇਸ਼ ਦਾ ਆਧਾਰ ਹੁੰਦੇ ਆ, ਬੇਸ ਹੁੰਦਾ ਆ ਜੀ। ਉਹ ਕਹਿੰਦੇ ਅਗਰ ਕੋਈ ਬੰਦਾ ਸਿਸਟਮ ਤੋਂ ਦੁਖੀ ਹੁੰਦਾ, ਉਹ ਗੁੱਸੇ 'ਚ ਆਣ ਕੇ ਕਾਨੂੰਨ ਨੂੰ ਆਪਣੇ ਹੱਥਾਂ 'ਚ ਲੈਂਦਾ, ਕਾਨੂੰਨ ਤੋੜ ਦਿੰਦਾ ਆ। ਪਰ ਉਹ ਕਹਿੰਦੇ ਜਦੋਂ ਦੇਸ਼ ਦਾ ਕਿਸਾਨ ਦੁਖੀ ਹੋ ਕੇ, ਇੰਨਾ ਗੁੱਸੇ 'ਚ ਆਉਂਦਾ ਆ, ਉਹ ਕਾਨੂੰਨ ਨੂੰ ਵੀ ਤੋੜਦਾ ਆ, ਤੇ ਨਾਲ ਦੀ ਨਾਲ ਕਹਿੰਦਾ ਉਸ ਸਿਸਟਮ ਦੀਆਂ, ਉਸ ਸਰਕਾਰ ਦੀ ਕਮਰ ਨੂੰ ਵੀ ਤੋੜ ਦਿੰਦਾ ਆ। ਬਿਲਕੁਲ ਬਿਲਕੁਲ ਜੀ। ਅੱਜ ਇਹ ਚੀਜ਼ ਵਾਪਰਨ ਜਾ ਰਹੀ ਆ, ਇਹ ਹੋ ਰਿਹਾ ਅੱਜ, ਇਹ ਕੁਝ ਹੋ ਰਿਹਾ। ਹਾਂ, ਅੱਜ ਇਹ ਚੀਜ਼ ਉਹਨਾਂ ਦੀ ਕਹੀ ਹੋਈ ਗੱਲ ਪ੍ਰੈਕਟੀਕਲ ਗਰਾਊਂਡ ਦੇ ਉੱਪਰ ਇਹ ਜਿਹੜੀ ਆ ਇੰਪਲੀਮੈਂਟ ਹੋਣ ਜਾ ਰਹੀ ਆ। ਦੇਖੋ ਇਹਨੂੰ ਕਹਿੰਦੇ ਨਾ, ਇਸੇ ਕਰਕੇ ਇੱਕ ਦੂਰ ਅੰਦੇਸ਼ੀ, ਇੰਨੀ ਮਤਲਬ ਕੁਦਰਤ ਦੇ ਵੱਲੋਂ ਇਹ ਸੋਚ ਸਮਝ ਹੁੰਦੀ ਆ। ਇਹ ਕੋਈ ਕਿਤੇ ਪੜ੍ਹ ਕੇ ਜਾਂ ਏਦਾਂ ਨਹੀਂ ਇਹ ਚੀਜ਼ਾਂ ਆਉਂਦੀਆਂ ਹੈਗੀਆਂ, ਉਹ ਨੈਚੁਰਲੀ ਆ ਜੀ। ਜਿੱਦਾਂ ਕਹਿੰਦੇ ਮੇਰੇ ਜੰਮਦੀਆਂ ਸੂਲਾਂ ਦੇ ਮੂੰਹ ਤਿੱਖੇ। ਉਹਨਾਂ ਨੇ ਕਹਿੰਦੇ ਵੀ ਜਦੋਂ ਦੇਖੋ ਉਹ ਖੇਤੀਬਾੜੀ ਕਰਦੇ ਸੀਗੇ, ਉਹਨਾਂ ਦੇ ਕੋਲ 10 ਕੁ ਬਿੱਘੇ ਜ਼ਮੀਨ ਸੀ, ਸ਼ਾਹੂਕਾਰਾਂ ਤੋਂ ਕਰਜ਼ਾ ਲਿਆ ਹੋਇਆ ਸੀਗਾ। ਕਹਿੰਦੇ ਇੱਕ ਵਾਰੀ ਉਹਨਾਂ ਨੇ, ਕਿਉਂਕਿ ਪੜ੍ਹਨ ਵਿੱਚ ਬੜੇ ਇੰਟੈਲੀਜੈਂਟ ਸੀਗੇ ਇਹ ਜੀ, ਸਰ ਛੋਟੂ ਰਾਮ ਜੀ, ਤੇ ਪੜ੍ਹਾਈ ਵਾਸਤੇ ਕੁਝ ਪੈਸੇ ਚਾਹੀਦੇ ਸੀਗੇ, ਤੇ ਪਿਤਾ ਜੀ ਕਹਿੰਦੇ ਵੀ ਚਲੋ ਆਪਾਂ ਸ਼ਾਹੂਕਾਰ ਤੋਂ ਹੋਰ ਪੈਸੇ ਲੈ ਆਉਂਦੇ ਆ, ਕਰਜ਼ਾ ਚੱਕਦੇ ਆ। ਕਹਿੰਦੇ ਉਹ ਸੇਠ ਦੇ ਕੋਲ, ਉਹ ਸ਼ਾਹੂਕਾਰ ਦੇ ਕੋਲ ਗਏ ਹੈ ਨਾ, ਤੇ ਸ਼ਾਹੂਕਾਰ ਨੇ ਜਦੋਂ ਪਿਤਾ ਜੀ ਨੇ ਕਿਹਾ ਵੀ ਸਾਨੂੰ ਕੁਝ ਪੈਸੇ ਚਾਹੀਦੇ ਆ, ਇੱਧਰ ਦਾ ਵੀ ਬੱਚਾ ਅੱਗੇ ਹੋਰ ਪੜ੍ਹਨਾ ਚਾਹੁੰਦਾ ਆ ਨਾ, ਉਹਨੇ ਕਹਿੰਦੇ ਮੋਰੇ ਮਜ਼ਾਕ ਕੀਤਾ, ਟਿੱਚਰਾਂ ਕੀਤੀਆਂ ਉਸ ਸ਼ਾਹੂਕਾਰ ਨੇ। ਉਹ ਕਹਿੰਦਾ ਯਾਰ ਤੁਸੀਂ ਖੇਤਾਂ 'ਚ ਕੰਮ ਕਰਨ ਵਾਲੇ ਜਾਨਵਰ ਹੋ, ਤੁਸੀਂ ਪੜ੍ਹ ਕੇ ਕੀ ਲੈਣਾ, ਤੁਸੀਂ ਕੀ ਕਰਨਾ ਪੜ੍ਹ ਕੇ, ਪੜ੍ਹਾਈ ਦਾ ਕੰਮ ਕਹਿੰਦੇ ਸਾਡਾ ਹੁੰਦਾ ਆ, ਠੀਕ ਨਹੀਂ। ਨਾਲੇ ਇਸ਼ਾਰਾ ਕੀਤਾ, ਚੱਲ ਕਹਿੰਦੇ ਵੀ ਤੁਹਾਨੂੰ ਹੋਰ ਮੈਂ ਦੇ ਦਿੰਦਾ ਕਰਜ਼ਾ, ਵੇ ਚੱਕ ਪੱਖਾ, ਗਰਮੀ ਬੜੀ ਲੱਗਦੀ ਹੈ, ਕਹਿੰਦਾ ਪੱਖਾ ਝੱਲ ਮੈਨੂੰ। ਉਹ ਸ਼ਾਹੂਕਾਰ ਕਹਿਣ ਲੱਗਾ, ਜਦੋਂ ਮਤਲਬ ਆਪਣੇ ਪਿਤਾ ਦੀ ਉਹ ਬੇਇੱਜ਼ਤੀ, ਇਨਸਲਟ ਤੇ ਇੱਕ ਗੁਲਾਮਾਂ ਵਾਲਾ ਅਹਿਸਾਸ ਕਰਵਾਇਆ ਸ਼ਾਹੂਕਾਰ ਨੇ ਕਿ ਪੱਖਾ ਝੱਲ ਮੈਨੂੰ ਜੀ ਨਾ, ਉਸ ਕਹਿੰਦੇ ਨੌਜਵਾਨ ਦੇ ਮਨ ਦੇ ਉੱਪਰ ਇੰਨਾ ਡੂੰਘਾ ਅਸਰ ਹੋਇਆ, ਅੰਦਰੋਂ ਝੰਜੋੜਿਆ ਗਿਆ। ਉਦੋਂ ਤੋਂ ਉਹਨੇ ਕਸਮ ਖਾਧੀ ਫਿਰ ਆਣ ਕੇ, ਉਹ ਕਹਿੰਦਾ ਮੈਂ ਇਸ ਸ਼ਾਹੂਕਾਰੀ ਸਿਸਟਮ ਦੀਆਂ ਜਿਉਂਦੇ ਜੀ ਜੜ੍ਹਾਂ ਨੂੰ ਵੱਢ ਕੇ ਜਾਵਾਂਗਾ, ਇਹੋ ਜਿਹਾ ਇੱਕ ਸੰਘਰਸ਼ ਵਿੱਢਾਂਗਾ। ਕਹਿੰਦੇ ਨੇ ਕਿ ਉਹ ਆਪਣੇ ਪਿਤਾ ਦੀ ਉਦੋਂ ਇਨਸਲਟ ਨਾ ਵੇਖੀ, ਉਸ ਤੋਂ ਬਾਅਦ ਉਹਦਾ ਇਨਕਲਾਬੀ ਦੌਰ ਸ਼ੁਰੂ ਹੋ ਜਾਂਦਾ ਆ। ਉਹ ਜਦੋਂ ਕਿ ਉਹ ਪ੍ਰਾਇਮਰੀ ਵਿੱਦਿਆ ਤੋਂ ਬਾਅਦ ਉਹ ਦਿੱਲੀ ਦੇ ਆਪਣੇ ਕ੍ਰਿਸਚਨ ਮਿਸ਼ਨ ਸਕੂਲ ਦੇ ਵਿੱਚ ਵੀ ਪੜ੍ਹਦੇ ਆ। ਫਿਰ ਉਹਨਾਂ ਨੇ ਉੱਥੇ ਐਜੂਟੇਸ਼ਨ ਕੀਤਾ, ਸਕੂਲ ਦੀਆਂ ਫੀਸਾਂ ਦੇ ਵਿਰੁੱਧ, ਕਿਉਂਕਿ ਬਹੁਤ ਜ਼ਿਆਦਾ ਖਰਚਾ, ਲੋਕਾਂ ਤੋਂ ਜ਼ਿਆਦਾ ਫੀਸਾਂ ਲਈਆਂ ਜਾਂਦੀਆਂ ਸੀਗੀਆਂ, ਐਡਮਿਸ਼ਨ ਫੀਸ ਤੇ ਉੱਥੇ ਖਾਣ ਪੀਣ ਦਾ ਜਾਂ ਹੋਰ
ਸਾਫ ਸਫਾਈ ਦਾ ਵੀ ਪੂਰਾ ਪ੍ਰਬੰਧ ਨਹੀਂ ਸੀ। ਕਹਿੰਦੇ ਇਸ ਨੌਜਵਾਨ ਨੇ ਉੱਥੇ ਐਜੀਟੇਸ਼ਨ ਸ਼ੁਰੂ ਕਰ ਦਿੱਤਾ, ਅੰਦੋਲਨ ਸ਼ੁਰੂ ਕਰ ਦਿੱਤਾ। ਸਾਰੇ ਹੱਕੇ ਬੱਕੇ ਰਹਿ ਗਏ ਬਈ ਇਹ ਤਾਂ ਬੰਦਾ ਉੱਠ ਕੇ ਅਜੇ ਪੜ੍ਹਦਾ ਆ ਬਈ ਇਹ ਆਉਣ ਵਾਲੇ ਸਮੇਂ ਦੇ ਅੰਦਰ ਬਹੁਤ ਵੱਡਾ ਇੱਕ ਮਤਲਬ ਇੱਕ ਲੀਡਰ ਬਣੂਗਾ ਜੀ ਮਤਲਬ ਉਹਦਾ ਜੀਵਨ ਦੇਖੋ ਕਿੱਦਾਂ ਸਟੈਪ ਬਾਈ ਸਟੈਪ ਅੱਗੇ ਨੂੰ ਵੱਧਦਾ ਗਿਆ ਉਹ। ਫਿਰ ਜਰਨਲਿਸਟ ਬੜਾ ਚੋਟੀ ਦਾ, ਔਰ ਲਾਅ ਦੀ ਡਿਗਰੀ ਵੀ ਉਸਨੇ ਕੀਤੀ, ਜੀ ਠੀਕ ਨੇ। ਇਹ ਸੀਗਾ ਉਹ ਗੱਲ ਉਹਨੇ ਮਹਿਸੂਸ ਕੀਤੀ ਅਸਲ ਦੇ ਵਿੱਚ ਵੀ ਅਗਰ ਲੋਕਾਂ ਨੂੰ ਨਾ ਆਜ਼ਾਦ ਕਰਵਾਉਣਾ, ਇਹਨਾਂ ਦਾ ਆਰਥਿਕ ਜੀਵਨ ਉੱਚਾ ਹੋਣਾ ਚਾਹੀਦਾ ਹੈ। ਜੀ ਆਰਥਿਕ ਤੌਰ ਤੇ ਸਾਰੇ ਚਾਹੇ ਮਜ਼ਦੂਰ ਆ, ਕਿਰਤੀ ਆ, ਧੀਆਂ ਭੈਣਾਂ, ਸਾਰਿਆਂ ਵਾਸਤੇ ਉਹਦਾ ਮਨ ਚ ਇਹੀ ਸੀਗਾ ਵੀ ਸਾਰਿਆਂ ਨੂੰ ਰੱਜ ਕੇ ਰੋਟੀ ਖਾਣ ਨੂੰ ਮਿਲੇ ਔਰ ਇੱਜ਼ਤ ਮਾਣ ਸਤਿਕਾਰ ਦੀ ਰੋਟੀ ਮਿਲੇ। ਇੱਕ ਗੱਲ ਯਾਦ ਆ ਗਈ, ਬਾਬਾ ਸਾਹਿਬ ਅੰਬੇਡਕਰ ਨਾਲ ਵੀ ਕਾਫੀ ਬਹੁਤ ਵਧੀਆ ਰਿਲੇਸ਼ਨ ਹੁੰਦੇ ਸੀਗੇ। ਲੋਕੀ ਅਕਸਰ ਕਹਿੰਦੇ ਹੁੰਦੇ ਵੀ ਤੁਹਾਡੇ ਦੋਨਾਂ ਚ ਕੀ ਫਰਕ ਆ, ਜੀ ਤੇ ਸਰ ਛੋਟੂ ਰਾਮ ਜੀ ਕਹਿੰਦੇ ਹੁੰਦੇ ਸੀ ਕਿ ਮੇਰੇ ਵਿੱਚ ਤੇ ਡਾਕਟਰ ਅੰਬੇਡਕਰ ਦੇ ਵਿੱਚ ਅੰਤਰ ਇਹ ਆ ਕਿ ਮੈਂ ਹੁੱਕਾ ਪੀਂਦਾ, ਡਾਕਟਰ ਅੰਬੇਡਕਰ ਹੁੱਕਾ ਨਹੀਂ ਪੀਂਦਾ। ਬਸ ਉਹ ਕਹਿੰਦੇ ਆਹੀ ਅੰਤਰ ਆ ਕਿ ਸਾਡੀ ਆਈਡੀਓਲੋਜੀ, ਸਾਡਾ ਸੰਘਰਸ਼ ਉਹ ਇੱਕੋ ਜਿਹਾ ਹੀ ਆ, ਬਿਲਕੁਲ ਇੱਕੋ ਜਿਹਾ, ਇਸ ਵਿੱਚ ਕੋਈ ਸ਼ੱਕ ਨਹੀਂ। ਇੱਥੇ ਇੱਕ ਗੱਲ ਯਾਦ ਆ ਗਈ, ਜੋਤੀ ਰਾਏ ਫੂਲੇ ਜੀ ਨੇ ਗੱਲ ਲਿਖੀ ਆ, ਕਹਿੰਦਾ ਵਿਦਿਆ ਬਿਨਾ ਬੁੱਧੀ ਗਈ, ਬੁੱਧੀ ਬਿਨਾ ਸਦਾਚਾਰ ਗਿਆ, ਸਦਾਚਾਰ ਬਿਨਾ ਤਰੱਕੀ ਰੁਕ ਗਈ, ਤਰੱਕੀ ਬਿਨਾ ਦੌਲਤ ਮਿਟ ਗਈ, ਤੇ ਦੌਲਤ ਬਿਨਾ ਸ਼ੂਦਰ ਤਬਾਹ ਹੋ ਗਿਆ। ਇਹ ਸਾਰੇ ਦੁੱਖ ਅਨਪੜ੍ਹਤਾ ਕਾਰਨ ਵਾਪਰੇ। ਜੀ ਹੁਣ ਜਿੰਨਾ ਆਪਣੇ ਕਿਰਤੀ ਕਿਸਾਨ ਮਜ਼ਦੂਰ ਲੋਕ ਸੀਗੇ ਵਿਚਾਰਿਆਂ ਨੂੰ ਪੜ੍ਹਾਈ ਦਾ ਮੌਕਾ ਨਹੀਂ ਦਿੱਤਾ ਜਾਂਦਾ, ਜੀ ਠੀਕ ਨਹੀਂ। ਪਰ ਇਸ ਮਹਾਨ ਜਰਨੈਲ ਦਾ ਯੋਗਦਾਨ ਇੰਨਾ ਆ ਵੀ ਇਹਨੇ ਪੜ੍ਹਾਈ ਦਾ ਉਹਨਾਂ ਦਾ ਪੂਰਾ ਪ੍ਰਬੰਧ ਪਿੰਡਾਂ ਦੇ ਵਿੱਚ ਲੋਕਾਂ ਦਾ ਕੀਤਾ, ਤੇ ਨਾਲ ਦੀ ਨਾਲ ਇਹ ਫਿਰ ਦੱਸਦੇ ਆ ਬਈ ਇਹਨਾਂ ਨੇ ਜਦੋਂ ਲਾਅ ਦੀ ਡਿਗਰੀ ਵੀ ਕਰ ਲਈ ਹੈ ਨਾ, ਤੇ ਲਾਅ ਦੀ ਡਿਗਰੀ ਜਦੋਂ ਕੀਤੀ ਆ ਫਿਰ ਵੀ ਸੰਘਰਸ਼ ਲੜਿਆ। ਫਿਰ ਉਹਨਾਂ ਦੇ ਦਿਮਾਗ ਦੇ ਵਿੱਚ ਗੱਲ ਆਈ ਵੀ ਮੈਂ ਜਰਨਲਿਸਟ ਵੀ ਚੋਟੀ ਦਾ ਹੈ ਨਾ, ਪੇਪਰ ਆਰਟੀਕਲ ਵੀ ਲਿਖ ਰਿਹਾ, ਪੇਪਰਾਂ ਵਿੱਚ ਵੀ ਸਾਰੀਆਂ ਜਿਹੜੀਆਂ ਸਮਾਜ ਦੀਆਂ ਤਰੁੱਟੀਆਂ ਆ, ਕਮੀਆਂ ਪੇਸ਼ੀਆਂ ਸਾਰੀਆਂ ਮੈਂ ਪੇਸ਼ ਕਰਦਾ ਆ, ਤੇ ਗੱਲ ਬਣ ਨਹੀਂ ਰਹੀ। ਫਿਰ ਇਹਨਾਂ ਨੇ ਪੋਲੀਟੀਕਲ ਫੀਲਡ ਦੇ ਵਿੱਚ, ਪੋਲੀਟਿਕਸ ਦੇ ਵਿੱਚ ਛਾਲ ਮਾਰ ਦਿੱਤੀ। ਜੀ ਕਾਂਗਰਸ ਵਿੱਚ ਸ਼ਾਮਲ ਹੋ ਗਏ। ਫਤਿਹ ਇਹ 16 ਆਪਣੇ 1916 ਦੇ ਵਿੱਚ ਇਹਨਾਂ ਨੇ ਫਿਰ ਕਾਂਗਰਸ ਪਾਰਟੀ ਜੁਆਇਨ ਕਰ ਲਈ। ਜੀ ਤੇ ਮਹਾਤਮਾ ਗਾਂਧੀ, ਨਹਿਰੂ, ਉਹਨਾਂ ਦੇ ਨਾਲ ਇਹਨਾਂ ਨੇ ਸਾਰਾ ਮਤਲਬ ਉਦੋਂ ਵੀ ਸੰਘਰਸ਼ ਕਰਦੇ ਰਹੇ। ਤੇ ਜਦੋਂ 1920 ਦੇ ਵਿੱਚ ਮਹਾਤਮਾ ਗਾਂਧੀ ਨੇ ਨਾਨ ਕੋਆਪਰੇਸ਼ਨ ਮੂਵਮੈਂਟ ਚਲਾਈ ਹੈ ਨਾ, ਇਹਨਾਂ ਨੇ ਸਟੈਪ ਆਊਟ ਕਰ ਦਿੱਤਾ। ਬੜੀ ਕਮਾਲ ਦੀ ਗੱਲ ਆ। ਇਹ ਕਹਿੰਦੇ ਮੈਂ ਮੇਰਾ ਕੋਈ ਇਹਨਾਂ ਤਾਲੁਕਾਤ ਨਹੀਂ ਇਸ ਮੂਵਮੈਂਟ ਦੇ ਨਾਲ। ਕਾਰਨ ਉਹ ਕਹਿੰਦੇ ਵੀ ਤੁਸੀਂ ਨਹਿਰੂ ਨੂੰ ਤੇ ਆਪਣੇ ਮਹਾਤਮਾ ਗਾਂਧੀ ਨੂੰ ਮੈਂ ਕਿਹਾ ਵੀ ਤੁਸੀਂ ਸਿਰਫ ਇੱਕ ਪਾਵਰ ਟਰਾਂਸਫਰ ਕਰਵਾਉਣ ਦੀ ਜੰਗ ਹੈ, ਤੁਹਾਡਾ ਹੋਰ ਕੋਈ ਮਤਲਬ ਨਹੀਂ ਹੈਗਾ। ਲੋਕਾਂ ਦਾ ਜੀਵਨ ਸੁਧਰ ਜਾਵੇ, ਲੋਕਾਂ ਦੇ ਜੀਵਨ ਦੇ ਵਿੱਚ ਸੁਧਾਰ ਆਵੇ, ਤੇ ਤੁਹਾਡਾ ਇੱਧਰ ਦਾ ਕੋਈ ਮਤਲਬ ਹੀ ਨਹੀਂ। ਕਿਰਤੀ ਕਿਸਾਨਾਂ ਦਾ ਜੀਵਨ ਉਹਦਾ ਪਸ਼ੂਆਂ ਭੇਡਾਂ ਬੱਕਰੀਆਂ ਨਾਲੋਂ ਵੀ ਭੈੜਾ ਆ, ਇਹ ਉਹ ਤੋਂ ਅਲੱਗ ਹੋ ਗਿਆ। ਇਹ ਕਹਿੰਦੇ ਮੇਰਾ ਤੁਹਾਡਾ ਕੋਈ ਮੇਰਾ ਤੁਹਾਡਾ ਕੋਈ ਸੰਬੰਧ ਨਹੀਂ। ਇਹਨਾਂ ਨੇ ਬਾਅਦ ਵਿੱਚ ਫਿਰ ਆਪਣੀ ਇੱਕ ਪਾਰਟੀ ਬਣਾ ਲਈ, ਯੂਨੀਅਨਿਸਟ ਪਾਰਟੀ। ਤੇ ਯੂਨੀਅਨਿਸਟ ਪਾਰਟੀ ਦੇ ਨਾਲ ਫਿਰ ਇਹਨਾਂ ਨੇ ਕਾਫੀ ਸੰਘਰਸ਼ ਕੀਤਾ, ਔਰ ਉਸ ਸੰਘਰਸ਼ ਦੇ ਦੌਰਾਨ ਫਿਰ ਇਹ ਸਰ ਸਿਕੰਦਰ ਹਯਾਤ ਖਾਨ ਦੀ ਅਗਵਾਈ ਦੇ ਵਿੱਚ ਉਹ ਸੀਐਮ ਬਣੇ ਉਸ ਅਣਵੰਡੇ ਪੰਜਾਬ ਦੇ। ਤੇ ਉੱਥੇ ਫਿਰ ਇਹ ਰੈਵਨਿਊ ਮਿਨਿਸਟਰ, ਖੇਤੀਬਾੜੀ ਮੰਤਰੀ ਜੇ ਕਹਿ ਲਓ ਜਾਂ ਵਿੱਤ ਮੰਤਰੀ, ਵਿਕਾਸ ਮੰਤਰੀ, ਇਹ ਉੱਥੇ ਲੱਗੇ। ਫਿਰ ਇਹਨਾਂ ਨੇ ਜਿੱਦਾਂ ਇੰਤਕਾਲ ਅਰਾਜ਼ੀ ਐਕਟ ਵਗੈਰਾ, ਪੰਜਾਬ ਰੈਵਨਿਊ ਐਕਟ, ਪੰਜਾਬ ਰਿਲੀਫ ਐਕਟ, ਫਿਰ ਲੇਬਰ ਐਕਟ, ਫਿਰ ਪ੍ਰੈਗਨੈਂਟ ਔਰਤਾਂ ਵਾਸਤੇ ਐਕਟ, ਜੈਂਡਰ ਇਕੁਐਲਿਟੀ ਐਕਟ, ਬਾਲ ਮਜ਼ਦੂਰੀ ਦੇ ਵਿਰੁੱਧ ਐਕਟ। ਮਤਲਬ ਕਿ ਕਹਿੰਦੇ ਵੀ 14 ਸਾਲ ਤੋਂ ਬੱਚਾ ਕੋਈ ਜੇ ਮੈਂ ਮਜ਼ਦੂਰੀ ਕਰਦਾ ਫੜਿਆ ਗਿਆ ਤਾਂ ਦੇਖ ਲਿਓ। ਦੇਖੋ ਕਮਾਲ ਦੀਆਂ ਚੀਜ਼ਾਂ ਯਾਰ। ਪਰ ਅਸੀਂ ਉਸ ਇਤਿਹਾਸ ਤੋਂ, ਉਹਦੇ ਸੰਘਰਸ਼ ਤੋਂ ਅਣਜਾਣ ਆ, ਠੀਕ ਨਹੀਂ। ਫਿਰ ਸ਼ਾਹੂਕਾਰਾਂ ਨੂੰ ਏਦਾਂ ਇਹਨਾਂ ਨੇ ਨੱਥ ਪਾਈ। ਸ਼ਾਹੂਕਾਰ ਕੀ ਕਰਦੇ ਸੀਗੇ, ਇਹ ਇੱਕ ਇਤਿਹਾਸ ਦੇ ਵਿੱਚ ਇਹਨਾਂ ਦਾ
ਇੱਕ ਸੰਘਰਸ਼ ਆ, ਇਹ ਕੋਈ ਕੋਲੋਂ ਗੱਲ ਬਣਾਈ ਹੋਣੀ ਹੈਗੀ। ਜੀ ਸ਼ਾਹੂਕਾਰਾਂ ਦੇ ਲੁੱਟਣ ਦਾ ਤਰੀਕਾ ਇੱਕ ਕੀ ਸੀਗਾ, ਉਹਨਾਂ ਦੇ ਕੋਲ ਜਿਹੜੇ ਤਰਾਜੂ ਹੁੰਦੇ ਆ ਨਾ, ਮਤਲਬ ਤਰਾਜੂ ਜਾਂ ਕੰਡੇ ਕਹਿ ਲਓ, ਉਹਨੇ ਦੋ ਦੋ ਰੱਖੇ ਸੀ। ਜੀ ਖਰੀਦ ਜਦੋਂ ਸਮਾਨ ਖਰੀਦਣ ਵਾਲਾ ਹੋਰ ਤੇ ਵੇਚਣ ਵਾਲਾ ਤਰਾਜੂ ਹੋਰ। ਹੁਣ ਆਮ ਗਰੀਬ ਬੰਦੇ ਲੋਕਾਂ ਨੂੰ ਕੀ ਪਤਾ। ਫਿਰ ਬੱਟੇ ਦੇ ਵਿੱਚ ਜਿਹੜੇ ਬੱਟੇ ਹੁੰਦੇ ਆ 1 ਕਿਲੋ 2 ਕਿਲੋ, ਉਹਦੇ ਵਿੱਚ ਵੀ ਹੇਰਾਫਾਰੀ। ਇਹਨਾਂ ਨੇ ਸੰਘਰਸ਼ ਕਰਕੇ ਉਹ ਚ ਸੁਧਾਰ ਲਿਆਂਦਾ, ਔਰ ਉਹਦੇ ਵਿੱਚ ਕਹਿੰਦੇ ਵੀ ਜਿਹੜੀ ਤੱਕੜੀ ਹੁੰਦੀ ਹੈ ਤਰਾਜੂ, ਉਹ ਚ ਸੂਈ ਦਾ ਪ੍ਰਬੰਧ ਕੀਤਾ। ਜੀ ਉਹ ਜਿਹੜੇ ਬੱਟੇ ਸੀਗੇ ਉਹਨਾਂ ਦੇ ਉੱਪਰ ਸਟੈਂਪਾਂ ਲਗਵਾਉਣੀਆਂ ਸ਼ੁਰੂ ਕੀਤੀਆਂ ਕਿ ਕੋਈ ਨਕਲੀ ਬੱਟੇ ਬਣਾ ਕੇ ਉਹ ਚ ਭਾਰ ਘਟਾ ਵਧਾ ਕੇ ਹੇਰਾਫੇਰੀ ਕਰਨ। ਠੀਕ ਨੇ। ਦੇਖੋ ਬੜੀ ਯਾਰ ਅੱਜ ਉਹੀ ਚੀਜ਼ ਚੱਲ ਰਹੀ ਹੈ ਨਾ, ਸਾਰੀ ਕੁਛ ਉਹੀ ਸਿਸਟਮ ਜਿਹੜਾ ਆ ਆਪਣੇ ਸਰ ਛੋਟੂ ਰਾਮ ਜੀ ਉਹਨਾਂ ਨੇ ਜਿਹੜਾ ਸਟੈਬਲਿਸ਼ ਕੀਤਾ ਉਸ ਵੇਲੇ। ਤੇ ਉਸ ਤੋਂ ਬਾਅਦ ਇਹਨਾਂ ਨੇ ਉਸ ਵੇਲੇ ਕਹਿੰਦੇ ਵੀ ਜਦੋਂ ਛਾਪਾ ਮਾਰਿਆ, ਇੰਨੇ ਸ਼ਾਹੂਕਾਰ ਫੜੇ ਜਿਹੜੇ ਇਸ ਤਰੀਕੇ ਦੇ ਨਾਲ ਲੋਕਾਂ ਦੇ ਨਾਲ ਬੇਈਮਾਨੀ ਕਰਦੇ ਸੀ ਕਿ ਦੋ ਦੋ ਤੱਕੜੀਆਂ ਦੋ ਦੋ ਤਰਾਜੂ ਰੱਖ ਕੇ ਔਰ ਬੱਟਿਆਂ ਦੇ ਵਿੱਚ ਹੇਰਾਫੇਰੀ ਕਰਕੇ ਲੋਕਾਂ ਦਾ ਜਿੱਦਾਂ ਉਹ ਮਤਲਬ ਜੋਕਾਂ ਦੀ ਤਰ੍ਹਾਂ ਖੂਨ ਚੂਸ ਰਹੇ ਸੀਗੇ। ਤੇ ਇਹਨਾਂ ਨੇ ਫਿਰ ਐਕਟ ਬਣਾਇਆ, ਕਾਨੂੰਨ ਬਣਾਇਆ ਵੀ ਅਗਰ ਕੋਈ ਫੜਿਆ ਗਿਆ ਤਾਂ ਉਹ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਜਾਵੇਗਾ। ਜੀ ਫਿਰ ਇਹਨਾਂ ਨੇ ਦੇਖੋ ਜਿਹੜਾ ਸ਼ਾਹੂਕਾਰ ਕੀ ਕਰਦੇ ਸੀਗੇ, ਕਿਰਤੀਆਂ ਨੂੰ ਕਿਸਾਨਾਂ ਨੂੰ ਜਿਹੜਾ ਕਰਜ਼ਾ ਦਿੰਦੇ ਸੀ ਉਹਦੇ ਵਿੱਚ ਲਪੇਟਾ ਚਾੜ ਲੈਂਦੇ ਸੀਗੇ। ਕੰਪਾਊਂਡ ਇੰਟਰਸਟ, ਖੈਰ ਇੱਧਰ ਵੀ ਲੱਗਦਾ ਇਹ, ਸਾਲ ਬਾਅਦ ਇਕੱਠਾ ਕਰਕੇ ਉਹ ਇੰਟਰਸਟ ਵਿੱਚ ਪਾ ਕੇ ਫਿਰ ਉਹਦੇ ਵਿਆਜ ਤੇ ਵਿਆਜ ਜਾਣੀ ਕਿ, ਤੇ ਥੋੜੇ ਚਿਰਾਂ ਬਾਅਦ ਉਹ ਅਗਲੇ ਦੀ ਜ਼ਮੀਨ ਜਿਹੜੀ ਹੈ ਜ਼ਿਮੀਦਾਰ ਦੀ ਉਹ ਵੀ ਹੜੱਪ ਕਰ ਜਾਂਦੇ ਸੀਗੇ, ਕੁਰਕ ਜਾਂਦੇ ਸੀਗੇ। ਔਰ ਇਹਨਾਂ ਨੇ ਕਾਨੂੰਨ ਬਣਾਏ ਵੀ ਤੁਸੀਂ ਜਿਹੜਾ ਕਰਜ਼ਾ ਦੇਣਾ ਉਹ ਓਵਰ ਲਿਮਿਟ 'ਚ ਨਹੀਂ ਦਿੱਤਾ ਜਾਣਾ ਚਾਹੀਦਾ। ਦੇਖੋ ਅੱਜ ਅਸੀਂ ਇੱਧਰ ਗੱਲਾਂ ਕਰਦੇ ਨਾ ਮੁਲਕਾਂ ਦੇ ਵਿੱਚ, ਜਦੋਂ ਦੇਖਦੇ ਉਹਨਾਂ ਨੇ ਤਾਂ ਬਾਅਦ 'ਚ ਕਾਨੂੰਨ ਬਣਾਏ ਆ। ਬਈ ਅੱਜ ਵੀ ਤੁਸੀਂ ਦੇਖ ਲਓ ਬਈ ਇੱਧਰ ਖੇਤ ਜੇ ਲੋਨ ਆਪਾਂ ਕਰਜ਼ਾ ਲੈਣਾ ਹੋਵੇ, ਭਾਵੇਂ ਸਾਡੇ ਕੋਲ 2 ਘਰ ਹੋਣ, ਉਹਨੇ ਇਨਕਮ ਦੇਖਣੀ ਆ ਤੇ ਭਾਈ ਤੇਰੀ ਇਨਕਮ ਕਿੰਨੀ ਆ, ਜਿਹੜੇ ਦਿੰਦੇ ਨਾ ਘਰ ਲੋਨ। ਬਿਲਕੁਲ। ਔਰ ਇੰਡੀਆ 'ਚ ਇਹਨਾਂ ਨੇ ਉਹ ਜਿਹੜਾ ਸਿਸਟਮ ਪਹਿਲਾਂ ਲਿਆਉਣ ਵਾਸਤੇ ਕੀ ਕੀਤਾ, ਜ਼ਿਮੀਂਦਾਰਾਂ ਨੂੰ ਕਿਸਾਨਾਂ ਨੂੰ ਓਵਰ ਲਿਮਟਾਂ ਬਣਾਤੀਆਂ। ਜ਼ਮੀਨ ਦੇ ਵਿੱਚੋਂ ਉਨੀ ਇਨਕਮ ਨਹੀਂ ਹੁੰਦੀ ਜਿੰਨੀ ਉਹਨਾਂ ਨੇ ਓਵਰ ਲਿਮਟਾਂ ਬਣਾ ਕੇ ਉਹਨੂੰ ਕਰਜ਼ੇ ਦੇ ਦਿੱਤੇ, ਕਿਉਂਕਿ ਉਹਨਾਂ ਨੇ ਜ਼ਮੀਨਾਂ ਹੜੱਪਣੀਆਂ ਆ ਉਹ। ਔਰ ਜਿਹੜਾ ਕਾਨੂੰਨ ਵੀ ਲੈ ਕੇ ਆਇਆ ਉਹ ਵੀ ਜ਼ਮੀਨਾਂ ਹੜੱਪਣ ਵਾਸਤੇ ਹੀ ਸਾਰਾ ਇੱਕ ਉਹ ਸਾਰਾ ਸ਼ੜਯੰਤਰ ਆ। ਔਰ ਸਰ ਛੋਟੂ ਰਾਮ ਜੀ ਨੇ ਜਿਹੜੇ ਕਾਨੂੰਨ ਬਣਾਏ ਵੀ ਕਿਸੇ ਵੀ ਜ਼ਿਮੀਂਦਾਰ ਦੀ ਜ਼ਮੀਨ ਕੁਰਕੀ ਨਹੀਂ ਜਾਵੇਗੀ, ਜੀ ਤੁਹਾਨੂੰ ਕਰਜ਼ਾ ਵਾਪਸ ਦਿੱਤਾ ਜਾਵੇਗਾ। ਉਹਦੇ ਨਾਲ ਹੀ ਇਹ ਵੀ ਕਾਨੂੰਨ ਬਣਾਇਆ ਕਿ ਤੁਸੀਂ ਕਿਸੇ ਦੀ ਜ਼ਮੀਨ ਵੀ ਨਹੀਂ ਕੁਰਕ ਸਕਦੇ, ਤੇ ਨਾਲ ਦੀ ਨਾਲ ਉਹਦੀ ਜਿਹੜੇ ਐਸੈਟਸ ਨੇ, ਉਹਦੇ ਬੋਲਦ ਆ, ਉਹਦੇ ਕੋਲ ਗੱਡੀ ਆ, ਜਾਂ ਉਹਦੇ ਕੋਲ ਕੋਈ ਹੋਰ ਚੀਜ਼ ਆ, ਐਸੈਟ ਜਿਹੜੇ ਪ੍ਰਾਪਰਟੀ ਦੇ, ਉਹਨਾਂ ਨੂੰ ਵੀ ਤੁਸੀਂ ਜ਼ਬਤ ਨਹੀਂ ਕਰ ਸਕਦੇ। ਅੱਜ ਅਸੀਂ ਅਮਰੀਕਾ ਦੇ ਵਿੱਚ ਇਹ ਕਾਨੂੰਨ ਦੇਖ ਕੇ ਬੜੀ ਸਾਨੂੰ ਖੁਸ਼ੀ ਹੁੰਦੀ ਹੈ, ਪਰ ਉੱਥੇ ਸਰ ਛੋਟੂ ਰਾਮ ਜੀ ਨੇ ਉਸ ਵੇਲੇ ਸਾਰੇ ਕਾਨੂੰਨ ਬਣਵਾਏ ਆ। ਦੇਖੋ ਕਿੰਨਾ ਵੱਡਾ ਯਾਰ ਸੰਘਰਸ਼ ਹੈ। ਮੈਂ ਇੰਦਰਜੀਤ ਸਿੰਘ ਜੀ ਇੱਥੇ ਇੱਕ ਮੇਰੇ ਗੱਲ, ਹੁਣ ਮੰਨ ਲਓ ਜਿੰਨੀ ਵੱਡੀ ਗੱਲ ਸਰ ਛੋਟੂ ਰਾਮ ਹੋਣਾ ਬਾਰੇ ਤੁਸੀਂ ਦੱਸੀ ਆ, ਦਰਸ਼ਕਾਂ ਨਾਲ ਸਰੋਤਿਆਂ ਨਾਲ ਸਾਂਝੀ ਕੀਤੀ ਆ, ਜਿਹੜੇ ਕਾਨੂੰਨ ਮੰਨ ਲਓ ਪਹਿਲੋਂ ਉਹਨਾਂ ਨੇ ਹੁਣ ਤੱਕ ਬਣਾਏ ਸੀ, ਅੱਜ ਉਹ ਬਾਹਰਲੇ ਜਿਹੜੀਆਂ ਵਿਕਸਿਤ ਦੇਸ਼ ਆ, ਜਿੱਦਾਂ ਅਮਰੀਕਾ ਕੈਨੇਡਾ ਦੀ ਗੱਲ ਕਰਦੇ, ਅੱਜ ਉਹ ਕਾਨੂੰਨਾਂ ਨੂੰ ਫੋਲੋ ਕਰਦੇ ਪਏ ਆ। ਪਰ ਉਹਦੇ ਬਾਵਜੂਦ ਜਿਹੜਾ ਸਰ ਛੋਟੂ ਰਾਮ ਦਾ ਸ਼ਖਸੀਅਤ ਜਿਹੜੀ ਉਹ ਡਾਕਟਰ ਅੰਬੇਦਕਰ ਸਾਹਿਬ ਤੋਂ ਪਿੱਛੇ ਕਿਉਂ ਰਹਿ ਗਈ, ਕਿਹੜੀ ਗੱਲ ਤੋਂ? ਕਿਉਂਕਿ ਜਿੰਨੀ ਗੱਲ ਅਸੀਂ ਡਾਕਟਰ ਬਾਬਾ ਸਾਹਿਬ ਅੰਬੇਦਕਰ ਦੀ ਕਰਦੇ ਹਾਂ, ਸਰ ਛੋਟੂ ਰਾਮ ਦੀ ਉਨੀ ਗੱਲ ਨਹੀਂ ਹੁੰਦੀ। ਬਿਲਕੁਲ ਅਸਲ ਦੇ ਵਿੱਚ ਹਾਂਜੀ ਕਰੋ ਤੁਸੀਂ ਗੱਲ ਆਪਣੀ ਪੂਰੀ। ਬਸ ਇਹਦੇ ਪਿੱਛੇ ਕਿਹੜਾ ਕਾਰਨ ਹੋ ਸਕਦਾ, ਜਦੋਂ ਕਿ ਸਿਆਣਪ ਦੇ ਪੱਖੋਂ ਜਾਂ ਕਾਨੂੰਨ ਬਣਾਉਣ ਦੇ ਪੱਖੋਂ ਵੀ ਜਿਹੜੇ ਹਰ ਪੱਖੋਂ ਉਹਨਾਂ ਦੇ ਬਰਾਬਰ ਦੇ ਉਹ ਉਸ ਲੈਵਲ ਦੇ ਲੀਡਰ ਵੀ ਰਹੇ ਹਨ, ਸਿਆਣਪ ਵੀ ਉਹਨਾਂ ਕੋਲ। ਬਿਲਕੁਲ ਜੀ, ਬਰਾਬਰ ਦੇ। ਉਹ ਤਾਂ ਖੁਦ ਉਹਨਾਂ ਨੂੰ ਬਾਬਾ ਸਾਹਿਬ ਅੰਬੇਦਕਰ ਨਾਲੋਂ 10 ਸਾਲ ਵੱਡੇ ਸੀਗੇ ਉਮਰ ਦੇ ਵਿੱਚ ਜੀ। ਤੇ ਔਰ ਉਹ ਖੁਦ ਇਹ ਗੱਲ ਕਹਿੰਦੇ ਨੇ, ਮੇਰੇ ਚ ਤਾਂ ਅੰਬੇਦਕਰ ਦੇ ਵਿੱਚ ਫਰਕ ਇਹੀ ਹੈ ਕਿ ਮੈਂ ਹੁੱਕਾ ਪੀਂਦਾ, ਅੰਬੇਦਕਰ ਹੁੱਕਾ ਨਹੀਂ ਪੀਂਦਾ, ਬਸ ਆਹੀ ਅੰਤਰ ਆ ਜੀ। ਹੁਣ ਅਸਲ ਦੇ ਵਿੱਚ ਡਾਕਟਰ ਅੰਬੇਦਕਰ ਸਾਹਿਬ ਨੂੰ ਵੀ ਉਹਨਾਂ ਦਾ ਸ਼ਖਸੀਅਤ, ਉਹਨਾਂ ਦਾ ਸੰਘਰਸ਼ ਵੀ ਦੱਬਿਆ ਰਿਹਾ। ਉਹ ਕਦੋਂ ਆ ਕੇ ਹਾਈਲਾਈਟ ਹੁੰਦਾ, ਜਦੋਂ ਕਾਂਸ਼ੀ ਰਾਮ ਜੀ ਦਾ ਟਾਈਮ ਆਉਂਦਾ ਜੀ। ਪਹਿਲਾਂ ਉਹਨਾਂ ਨੂੰ ਰੋਲ ਦਿੱਤਾ ਗਿਆ, ਉਹਨਾਂ ਦਾ ਇਤਿਹਾਸ ਵੀ ਜਿਹੜਾ ਆ ਉਹ ਕਾਫੀ ਭੰਨ ਤੋੜ ਦਿੱਤਾ ਗਿਆ ਸੀ
ਜੀ ਉਹਨਾਂ ਦੀ ਲਿਖਤਾਂ, ਉਹਨਾਂ ਦੀਆਂ ਜਿਹੜੀਆਂ ਕਿਤਾਬਾਂ, ਉਹ ਵੀ ਸਾਰੀਆਂ ਇਹਨਾਂ ਨੇ ਜ਼ਬਤ ਕਰ ਲਈਆਂ ਸੀਗੀਆਂ। ਇਹ ਜਦੋਂ ਕਾਂਚੀ ਰਾਮ ਜੀ ਨੇ DS4 ਬਣਾਈ, ਬਾਮ ਸੇਫ ਬਣਾਈ, ਜੀ ਉਸ ਵੇਲੇ ਉਹਨਾਂ ਨੇ ਸੰਘਰਸ਼ ਲੜ ਕੇ ਡਾਕਟਰ ਅੰਬੇਡਕਰ ਸਾਹਿਬ ਨੂੰ ਅਸਲ 'ਚ ਮੁੜ ਜਿਉਂਦਾ ਕੀਤਾ, ਮੁੜ ਜੀਵਤ ਕੀਤਾ। ਜੀ ਜੀ ਜਿਹੜੇ ਸਰ ਛੋਟੂ ਰਾਮ ਜੀ ਹੈ, ਅਸਲ ਦੇ ਵਿੱਚ ਭਾਰਤ ਦਾ ਇੱਕ ਮਨੂਵਾਦੀ ਸਿਸਟਮ ਐਡਾ ਖਤਰਨਾਕ ਆ, ਉਹਨੇ ਸਾਨੂੰ 6743 ਜਾਤਾਂ ਦੇ ਵਿੱਚ ਵੰਡਿਆ ਹੋਇਆ। ਹੂੰ ਉਹ ਇੱਕ ਸਾਡੀ ਇਹੋ ਜਿਹੀ ਮੈਂਟੈਲਿਟੀ ਸਾਡੇ ਖੂਨ ਦੇ ਵਿੱਚ, ਹਰ ਇੱਕ ਦੇ ਵਿੱਚ ਖੂਨ 'ਚ ਰਚੀ ਹੋਈ ਹੈ, ਚਾਹੇ ਉਹ ਸਿੱਖ ਆ ਜਾਂ ਬੋਧੀ ਆ ਜਾਂ ਜੈਨੀ, ਈਸਾਈ, ਮੁਸਲਮਾਨ, ਹਿੰਦੂ, ਉਹ ਨਿਕਲ ਨਹੀਂ ਰਹੀ। ਜੀ ਉਹ ਜਿਹੜਾ ਬ੍ਰਾਹਮਣੀ ਜਾਤ ਦਾ ਵਾਇਰਸ, ਹੂੰ ਅਸੀਂ ਆਪਣੇ ਲੀਡਰ ਵੰਡ ਲਏ, ਅਸੀਂ ਆਪਣੇ ਨਾਇਕ ਵੰਡ ਲਏ, ਆਪਣੇ ਗੁਰੂ ਸੰਤ ਗੁਰੂ ਵੀ ਵੰਡੇ ਹੋਏ ਆ। ਜਦੋਂ ਕਿ ਸਰ ਛੋਟੂ ਰਾਮ ਜੀ ਉਸ ਮਹਾ ਪੰਜਾਬ ਦੇ ਨਾਇਕ ਹੋਏ ਆ, ਠੀਕ ਨੇ ਜੀ ਤੇ ਔਰ 1947 ਦੀ ਜਿਹੜੀ ਵੰਡ ਆ ਉਹਨਾਂ ਤੋਂ ਬਾਅਦ ਚ ਹੋਈ ਆ, ਹੂੰ ਪਰ ਉਹ ਜੇ ਜਿਉਂਦੇ ਹੁੰਦੇ ਤਾਂ ਉਹਨਾਂ ਨੇ ਮੇਰੇ ਖਿਆਲ ਉਸ ਵੇਲੇ ਉਹਨੂੰ ਹਾਰਟ ਅਟੈਕ ਹੋ ਜਾਣਾ ਸੀ, ਕਿਉਂਕਿ ਉਹ ਨਹੀਂ ਸੀ ਚਾਹੁੰਦੇ ਕਿ ਵੰਡਿਆ ਜਾਵੇ। ਜੀ ਵੰਡੇ ਪੰਜਾਬ ਦੇ ਉਸ ਵੇਲੇ ਰੈਵਨਿਊ ਮਿਨਿਸਟਰ ਸੀਗੇ। ਪਰ ਇਹ ਸਿਸਟਮ ਕੀ ਕਰਦਾ ਆ ਇੰਡੀਆ ਦਾ, ਗੌਰਮੈਂਟਾਂ ਜਿਹੜੀਆਂ ਆਪਣੀ ਰਾਜਨੀਤੀ ਖੇਡਣ ਵਾਸਤੇ ਕਦੇ ਭਾਸ਼ਾ ਦੇ ਆਧਾਰ ਤੇ ਸੂਬਿਆਂ ਨੂੰ ਵੰਡ ਦਿੰਦੀ ਆ। ਇੱਕੋ ਹੀ ਲੋਕ ਨੇ, ਇੱਕੋ ਹੀ ਕਲਚਰ ਆ, ਉਹਨਾਂ ਨੂੰ ਇਸ ਤਰੀਕੇ ਦੇ ਨਾਲ ਵੰਡਦੀ ਆ। ਫਿਰ ਕੋਈ ਨਾ ਉਹਦੇ ਆਪਸ ਵਿੱਚ ਵੰਡ ਕੇ 2 ਸਟੇਟਾਂ ਬਣਾ ਕੇ ਫਿਰ ਉਹਦੇ ਵਿੱਚ ਇੱਕ ਇਸ਼ੂ ਕ੍ਰੀਏਟ ਕਰ ਦਿੰਦੀ ਆ, ਡਿਸਪਿਊਟ ਪੈਦਾ ਕਰ ਦਿੰਦੀ ਆ, ਜਿਹਦੇ ਉੱਪਰ ਫਿਰ ਰਾਜਨੀਤੀ ਖੇਡਦੇ ਆ। ਜੀ ਹਰਿਆਣਾ ਕੱਢ ਦਿੱਤਾ ਪੰਜਾਬ ਦੇ ਵਿੱਚੋਂ ਅਲੱਗ, ਉੱਥੇ ਫਿਰ ਹੁਣ ਪਾਣੀ ਦਾ ਮਸਲਾ ਖੜਾ ਕਰਕੇ ਉਹਦੇ ਉੱਪਰ ਜੰਗ ਲੜਨੀ ਸ਼ੁਰੂ ਕਰ ਦਿੱਤੀ। ਜਦੋਂ ਕਿ ਸਰ ਛੋਟੂ ਰਾਮ ਜੀ ਨੇ ਮਹਾ ਪੰਜਾਬ ਦੇ ਵਿੱਚ ਹਰਿਆਲੀ ਲਿਆਉਣ ਵਾਸਤੇ ਜਿਹੜੇ ਡੈਮ ਬਣਾਏ ਨਾ ਨਦੀਆਂ ਦੇ ਉੱਪਰ ਆ, ਭਾਖੜਾ ਡੈਮ ਦੇ ਵਿੱਚ ਕਾਫੀ ਯੋਗਦਾਨ ਹੈ ਸਰ ਛੋਟੂ ਰਾਮ ਜੀ ਦਾ। ਪੂਰੀ ਪਲੈਨਿੰਗ ਸੀਗੀ ਇਹਨਾਂ ਦੀ ਕਿ ਇਹ ਜਿਹੜੇ ਸਾਡੀ ਖੇਤੀਬਾੜੀ ਆ, ਇਹ ਕੱਲੀ ਕੁਦਰਤ ਦੇ ਮੀਂਹਾਂ ਦੇ ਉੱਪਰ ਡਿਪੈਂਡ ਰਹੇ, 12 ਸਾਲ ਹੀ ਚੱਲੇ। ਜੀ ਉਸ ਕਰਕੇ ਉਹਨਾਂ ਨੇ ਡੈਮ, ਜਿਹੜਾ ਭਾਖੜਾ ਡੈਮ, ਉਹ ਸਾਰੇ ਦੇ ਵਿੱਚ ਇਹਨਾਂ ਦਾ ਬਹੁਤ ਤਕੜਾ ਯੋਗਦਾਨ ਆ। ਗੱਲ ਉਹ ਤੁਹਾਡੇ ਵਾਲੀ ਆ ਗਈ ਵੀ ਸਾਨੂੰ ਇਸ ਤਰੀਕੇ ਦੇ ਨਾਲ ਵੰਡਿਆ ਹੋਇਆ, ਜੀ ਉਹ ਵੰਡਣ ਕਰਕੇ ਅਸੀਂ ਭਾਸ਼ਾ ਦੇ ਤੇ ਧਰਮ ਦੇ ਆਧਾਰਿਤ ਆਪਣੇ ਨਾਇਕ ਵੀ ਭੁੱਲ ਜਾਂਦੇ ਆ। ਜੀ ਬਿਲਕੁਲ ਦੇਖੋ ਸਾਡੀ ਕਿੱਡੀ ਤਰਾਸਦੀ ਆ ਇਹ, ਜੀ ਹਨਾ। ਹੁਣ ਜਿੱਦਾਂ ਫੋਰ ਐਗਜ਼ਾਮਪਲ ਸਰ ਛੋਟੂ ਰਾਮ ਜੀ ਨੇ ਕੱਲੇ ਜਾਟਾਂ ਵਾਸਤੇ ਨਹੀਂ ਸੰਘਰਸ਼ ਕੀਤਾ। ਜੀ ਮੈਂ ਤੁਹਾਨੂੰ ਕਿੰਨੇ ਗਿਣਾਏ ਆ ਕਿ ਗਰਭਵਤੀ ਔਰਤਾਂ ਲਈ ਕਾਨੂੰਨ, ਲੇਬਰ ਕਾਨੂੰਨ ਕਿ ਬਾਲ ਮਜ਼ਦੂਰ ਨਹੀਂ ਕੋਈ ਹੋ ਸਕਦਾ, ਜੈਂਡਰ ਇਕੁਐਲਿਟੀ ਕਾਨੂੰਨ, ਇੰਤਕਾਲ ਅਰਾਜੀ ਐਕਟ ਕਾਨੂੰਨ, ਜਾਂ ਭੂਮੀਹੀਣ ਕਾਨੂੰਨ, ਕਿ ਇੱਕ ਜਿਹਨਾਂ ਨੂੰ ਆਪਾਂ ਅੱਜ ਜਿਹੜੇ ਲੋਕਾਂ ਨੂੰ ਉਸ ਵੇਲੇ ਲੈਂਡਲੈਸ ਸੀਗੇ, ਯਾਨੀ ਕਿ ਕਹਿ ਲਈਏ SC ST ਲੋਕ, ਸ਼ਡਿਊਲ ਕਾਸਟ, ਉਹ ਜ਼ਮੀਨ ਖਰੀਦ ਵੀ ਨਹੀਂ ਸੀ ਸਕਦੇ, ਕਿਉਂਕਿ ਫਿਊਡਲਿਜ਼ਮ ਸਿਸਟਮ ਪਹਿਲਾਂ ਤੋਂ ਜਿਹੜਾ ਚੱਲਦਾ ਆ ਰਿਹਾ ਸੀ। ਜੀ ਉਹ ਆਪਣੇ ਜ਼ਮੀਨ ਸੀ ਖਰੀਦ ਸਕਦੇ ਬਾਈ ਲਾਅ, ਠੀਕ ਨਹੀਂ। ਇਹ ਸਰ ਛੋਟੂ ਰਾਮ ਜੀ ਦਾ ਸੰਘਰਸ਼ ਸੀਗਾ, ਕਿਉਂ ਕਹਿੰਦੇ ਵੀ ਹਰ ਇੱਕ ਬੰਦਾ ਆਪਣੀ ਮਿਹਨਤ ਦੇ ਨਾਲ ਖਰੀਦ ਸਕਦਾ ਪ੍ਰਾਪਰਟੀ, ਰਜਿਸਟਰੀ ਹੋਣੀ ਚਾਹੀਦੀ ਉਹਦੇ ਨਾਂ ਤੇ। ਜੀ ਇਹ ਬਾਬਾ ਸਾਹਿਬ ਅੰਬੇਡਕਰ ਦਾ ਬਹੁਤ ਵੱਡਾ ਸੰਘਰਸ਼ ਹੈ ਇਸ ਚੀਜ਼ ਦੇ ਵਿੱਚ, ਠੀਕ ਨੇ। ਪਰ ਸਾਡੇ ਜੋ ਜਾਤੀ ਵਰਣ ਵਿਵਸਥਾ ਦਾ ਕੀੜਾ ਹੋਣਾ ਕਰਕੇ ਅਸੀਂ ਆਪਣੇ ਨਾਇਕਾਂ ਨੂੰ ਵੀ ਭੁੱਲ ਜਾਂਦੇ ਆ। ਜਦੋਂ ਕਿ ਇਹਨਾਂ ਦੀ ਜਿਹੜੀ ਯੂਨੀਅਨਿਸਟ ਪਾਰਟੀ ਸੀ, ਉਹ 'ਚ ਸਿੱਖ, ਹਿੰਦੂ, ਮੁਸਲਮਾਨ, ਈਸਾਈ, ਉਹ ਸਾਰੇ ਹੀ ਸੀਗੇ ਉਹਦੇ ਵਿੱਚ, ਜੀ ਕਿਸੇ ਨਾਲ ਕੋਈ ਫਰਕ ਨਹੀਂ ਸੀਗਾ। ਇਹ ਕਹਿੰਦੇ ਜਿਹੜਾ ਕਿਰਤੀ ਕਿਸਾਨ ਮਜ਼ਦੂਰ ਹੈ, ਉਹ ਸਾਰਿਆਂ ਨੂੰ ਆਪਣੀ ਹਿੱਕ ਦੇ ਨਾਲ ਲਾਉਂਦੇ ਸੀਗੇ, ਤੇ ਉਹਨਾਂ ਦੀ ਖਾਤਰ ਹੀ ਇਹਨਾਂ ਨੇ ਸਾਰਾ ਆਪਣਾ ਜੀਵਨ ਕੁਰਬਾਨ ਕਰ ਦਿੱਤਾ। ਜੀ ਇਹ ਮਤਲਬ ਉਹੀ ਗੱਲ ਆ ਕਿ ਸਾਨੂੰ ਜਿਹੜਾ ਸਕੂਲਾਂ ਕਾਲਜਾਂ ਦੇ ਵਿੱਚ ਨਾ, ਉਹ ਮਤਲਬ ਅਸਲ ਨਾਇਕ ਪੜ੍ਹਾਏ ਹੀ ਨਹੀਂ ਜਾਂਦੇ ਹੈਗੇ। ਜੀ ਬਿਲਕੁਲ। ਸੋ ਇਹ ਵੱਡੀ ਕਮਜ਼ੋਰੀ ਹੈ ਜੀ ਸਾਡੀ ਆਪਣੀ ਵੀ, ਸਮਝ ਲਓ ਵੀ ਉਹ ਨਹੀਂ ਪੜ੍ਹਾ ਰਹੇ ਤੇ ਅਸੀਂ ਵੀ ਜਿਹੜਾ ਪੜ੍ਹਾਉਣ ਦੀ ਬਜਾਏ ਅਸੀਂ ਬਲਕਿ ਆਪਣਾ ਇਤਿਹਾਸ ਸੰਭਾਲ ਵੀ ਨਹੀਂ ਸਕੇ ਸਹੀ ਤਰ੍ਹਾਂ। ਜੇ ਕੋਈ ਸੰਭਾਲਦਾ ਆ ਤੇ ਅਸੀਂ ਉਸ ਬੰਦੇ ਨੂੰ ਨਹੀਂ ਸੰਭਾਲ ਸਕੇ, ਜੇ ਕਿਸੇ ਬੰਦੇ ਨੂੰ ਅਸੀਂ ਬਹੁਤਾ ਸੰਭਾਲ ਲੈਂਦੇ ਆ ਤੇ ਉਹ ਵੀ ਬੰਦਾ ਫਿਰ ਉਹ ਥੋੜਾ ਕਈ ਵਾਰੀ ਆਪਣੇ ਟਰੈਕ ਤੋਂ ਅੱਗੇ ਪਿੱਛੇ ਹੋ ਜਾਂਦਾ। ਇਹ ਸਾਡੇ ਪਿਛਲੇ ਦਿਨੀ ਵਿੱਚ ਇਹ ਗੱਲਾਂ ਦੇਖਣ ਨੂੰ ਸਾਨੂੰ ਮਿਲੀਆਂ ਆ, ਕਿਉਂਕਿ ਜਿਨ੍ਹਾਂ ਇਤਿਹਾਸਕਾਰਾਂ ਨੂੰ ਸਿੱਖ ਕੌਮ ਨੇ ਆਪਣੀਆਂ ਪਲਕਾਂ ਤੇ ਬਿਠਾਇਆ,
ਆਪਣੇ ਉਹਨਾਂ ਦੇ ਇਤਿਹਾਸ ਦੀ ਘਾਲਣਾ ਕਮਾਈ। ਉਹਨਾਂ ਦੀ ਸਾਲਾਂ ਦੀ ਮਿਹਨਤ ਨੂੰ ਉਹਨਾਂ ਨੇ ਕੁਝ ਦਿਨਾਂ ਦੇ ਵਿੱਚ ਹੀ ਜਿਹੜਾ ਰੋਲ ਦਿੱਤਾ, ਇਹ ਸ਼ਾਇਦ ਸਾਰਿਆਂ ਨੂੰ ਇਸ ਗੱਲ ਦਾ ਇਸ਼ਾਰਾ ਮੇਰਾ ਕਿੱਧਰਲੇ ਪਾਸੇ ਉਹ ਸਭ ਨੂੰ ਪਤਾ ਲੱਗ ਰਿਹਾ ਹੋਣਾ ਆ। ਜੀ ਜੀ ਜੀ, ਸੋ ਬਿਲਕੁਲ ਬਿਲਕੁਲ। ਸੋ ਇਸ ਕਰਕੇ ਵੀ ਜਿਹੜੇ ਸਾਡੇ ਇਤਿਹਾਸ ਦੇ ਪਾਤਰ ਆ, ਸਾਡੇ ਹੀਰੋ ਆ, ਉਹ ਬੇਸ਼ੱਕ ਕੌਮਾਂ ਦਾ ਕੋਲੋਂ ਉੱਪਰ ਉੱਠ ਕੇ, ਜਿਹੜਾ ਕੌਮਾਂ ਦੇ ਬੰਦਿਸ਼ਾਂ ਜਿਹੜੀਆਂ ਹੈਗੀਆਂ ਜਾਂ ਕੌਮਾਂ ਦੀਆਂ ਜਿਹੜੀਆਂ ਹੱਦਬੰਦੀਆਂ, ਉਹਨਾਂ ਤੋਂ ਉੱਪਰ ਉੱਠ ਕੇ ਜਿਨ੍ਹਾਂ ਨੇ ਸਮਾਜ ਦੇ ਵਾਸਤੇ ਕੁਝ ਕੀਤਾ ਆ, ਉਹ ਕਿਸੇ ਵੀ ਧਰਮ ਦੇ ਨਾਲ, ਕਿਸੇ ਵੀ ਕੌਮ ਦੇ ਨਾਲ ਸੰਬੰਧਿਤ ਹੋਣ, ਉਹਨਾਂ ਨੂੰ ਬਿਲਕੁਲ ਸਾਡਾ ਜਿਹੜਾ ਗੁਰੂ ਪਾਤਸ਼ਾਹ ਦਾ ਸਿਧਾਂਤ ਆ, ਸਭ ਕੋ ਮੀਤ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ, ਗੁਰੂ ਗ੍ਰੰਥ ਸਾਹਿਬ ਵਿੱਚ ਜਿੱਦਾਂ ਸਾਰੇ ਭਗਤਾਂ ਨੂੰ ਬਿਲਕੁਲ ਬਰਾਬਰਤਾ ਦਿੱਤੀ ਗਈ ਹੈ। ਤੇ ਮੈਨੂੰ ਲੱਗਦਾ ਕਿ ਜੀ ਸਾਡੇ ਜੀ ਜਿਹੜੇ ਜਿੰਨੇ ਵੀ ਸਾਡੇ ਸਮੇਂ ਦੇ ਹੀਰੋ ਆ, ਇਦਾਂ ਅਸੀਂ ਉਹਨਾਂ ਦੇ ਬਾਰੇ ਜ਼ਰੂਰੀ ਆਪਣੇ ਸਾਰੇ ਸਰੋਤਿਆਂ ਦੇ ਨਾਲ ਤੇ ਦਰਸ਼ਕਾਂ ਦੇ ਨਾਲ ਆਪਣੀਆਂ ਜਾਣਕਾਰੀਆਂ ਸਾਂਝੀਆਂ ਕਰਦੇ ਰਵਾਂਗੇ। ਕੁਝ ਐਸੇ ਵੀ ਜਿਹੜੇ ਅਸੀਂ ਇਤਿਹਾਸ ਦੇ ਪਾਤਰ ਆ, ਜਿਨ੍ਹਾਂ ਦੇ ਬਾਰੇ ਕਦੀ ਜ਼ਿਕਰ ਹੀ ਨਹੀਂ ਹੁੰਦਾ, ਕਿਉਂਕਿ ਜਦੋਂ ਵੀ ਕੋਈ ਗੱਲ ਹੁੰਦੀ ਆ ਉਦੋਂ ਉਹਨਾਂ ਹੀ ਪਾਤਰਾਂ ਦੀ ਗੱਲ ਹੋਈ ਰਹਿੰਦੀ ਹੈ ਜਿਨ੍ਹਾਂ ਦੀ ਗੱਲ ਆਲਰੇਡੀ ਪਹਿਲਾਂ ਬਹੁਤ ਹੋ ਰਹੀ ਹੁੰਦੀ ਆ। ਪਰ ਇਤਿਹਾਸ ਦੇ ਵਿੱਚ ਬਹੁਤ ਸਾਰੇ ਪਾਤਰ ਐਸੇ ਵੀ ਸਾਡੇ ਹੈਗੇ ਆ, ਜਿਨ੍ਹਾਂ ਦਾ ਕਦੀ ਜ਼ਿਕਰ ਹੀ ਨਹੀਂ ਹੁੰਦਾ, ਪਰ ਉਹਨਾਂ ਦੀਆਂ ਜਿਹੜੀਆਂ ਘਾਲ ਕਮਾਈਆਂ ਬਹੁਤ ਜਿਹੜੀਆਂ ਵੱਡੀਆਂ ਹੁੰਦੀਆਂ ਆ। ਸੱਚ ਪੁੱਛੋ ਤੇ ਜਿਹੜੀ ਤੁਸੀਂ ਅੱਜ ਸਰ ਛੋਟੂ ਰਾਮ ਹੋਣਾ ਦੀ ਜਿਹੜੀ ਹਿਸਟਰੀ ਦੱਸੀ ਹੈ ਨਾ, ਮੈਨੂੰ ਖੁਦ ਨਹੀਂ ਸੀ ਇਹਦੇ ਬਾਰੇ ਪਤਾ ਵੀ ਇੰਨੀ ਉੱਚੀ ਸ਼ਖਸੀਅਤ ਦੇ ਮਾਲਕ ਸੀ ਉਹ। ਸੋ ਇਸ ਜੀ ਕਰਕੇ ਸਾਡੇ ਇਤਿਹਾਸ ਦੇ ਵਿੱਚ ਜਿਹੜੇ ਹੀਰੋ, ਸਾਡੇ ਪਾਤਰ ਬੜੇ ਬੜੇ ਕਮਾਲ ਦੇ ਆ, ਜਿਨ੍ਹਾਂ ਦਾ ਜ਼ਿਕਰ ਹੋਣਾ ਜ਼ਰੂਰੀ ਆ। ਔਰ ਸਾਨੂੰ ਹਰ ਇੱਕ ਨੂੰ, ਮੈਨੂੰ ਲੱਗਦਾ ਕਿ ਆਪਣੇ ਆਪਣੇ ਤੌਰ ਤੇ, ਅਗਰ ਨਹੀਂ ਸਕੂਲਾਂ ਵਿੱਚ ਪੜ੍ਹਾਇਆ ਜਾ ਰਿਹਾ ਇਹਨਾਂ ਬਾਰੇ, ਤੇ ਉਹ ਸਾਨੂੰ ਆਪਣੇ ਤੌਰ ਦੇ ਉੱਤੇ, ਜਾਂ ਜੋ ਸਾਡੇ ਹੱਥ ਦੇ ਵਿੱਚ ਮੀਡੀਆ, ਜਿੱਦਾਂ ਹੁਣ ਸਾਡਾ ਟੀਵੀ ਸਾਡੇ ਕੋਲ ਹੈ, ਅਸੀਂ ਦੁਨੀਆ ਤੱਕ ਆਪਣੀ ਗੱਲ ਪਹੁੰਚਾ ਸਕਦੇ ਹਾਂ। ਤੇ ਅਸੀਂ ਗੱਲਾਂ ਸਿਰਫ ਉਹ ਹੀ ਨਹੀਂ ਪਹੁੰਚਾਉਣੀਆਂ ਕਿ ਆਪਣੀ TRP ਵਧਾਉਣ ਦੇ ਵਾਸਤੇ ਕੁਝ ਗੱਲਾਂ ਗਰਮ ਕਰ ਦਿੱਤੀਆਂ, ਕੁਝ ਮੁਖਾਲਫਤ ਦੀਆਂ ਕਰ ਦਿੱਤੀਆਂ, ਕੋਈ ਮੁੱਦੇ ਜਿਹੜੇ ਆ ਗਰਮ ਗਰਮ ਉਹਨਾਂ ਨੂੰ ਚੁੱਕ ਲਿਆ ਤੇ ਆਪਣੀ TRP ਵਧਾਓ। ਬਲਕਿ ਸਾਡਾ ਮਕਸਦ, ਸਾਡਾ ਟੀਵੀ ਦਾ ਮਕਸਦ ਇਹ ਹੀ ਰਹੂਗਾ ਕਿ ਜਿੱਦਾਂ ਸਰ ਛੋਟੂ ਰਾਮ ਉਹਨਾਂ ਦੀ ਅਸੀਂ ਅੱਜ ਗੱਲ ਕੀਤੀ ਆ, ਇਹੋ ਜਿਹੇ ਜਿਹੜੇ ਇਤਿਹਾਸ ਦੇ ਪਾਤਰ ਆ, ਅਸੀਂ ਉਹਨਾਂ ਦਾ ਜਿਹੜਾ ਜੀਵਨ ਵੀ ਆਪਣੇ ਚੈਨਲ ਦੇ ਰਾਹੀਂ, ਆਪਣੇ ਰੇਡੀਓ ਦੇ ਰਾਹੀਂ ਸਾਰਿਆਂ ਦੇ ਨਾਲ ਸਾਂਝਾ ਕਰੀਏ। ਸੋ ਸਰਦਾਰ ਇੰਦਰਜੀਤ ਸਿੰਘ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਆ ਕਿ ਅੱਜ ਤੁਸੀਂ ਸਾਨੂੰ ਬੜੀ ਬੇਸ਼ਕੀਮਤੀ ਜਿਹੜੀ ਜਾਣਕਾਰੀ ਉਹ ਦਿੱਤੀ ਆ, ਸਾਡਾ ਟੀਵੀ, ਸਾਡਾ ਰੇਡੀਓ ਦੇ ਉੱਤੇ। ਸੋ ਉਮੀਦ ਕਰਦੇ ਹਾਂ ਅੱਗੇ ਤੋਂ ਵੀ ਹਮੇਸ਼ਾ ਸਾਡੇ ਨਾਲ ਤੁਸੀਂ ਜੁੜਦੇ ਰਿਹਾ ਕਰੋਗੇ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਜੀ ਹਾਂਜੀ, ਮੈਨੂੰ ਇੱਕ ਗੱਲ ਹੋਰ ਯਾਦ ਆ ਗਈ ਆਪਣੇ ਸਿਮਰਨ ਸਿੰਘ ਜੀ, ਜੀ ਜਿਹੜਾ ਅੱਜ ਦਾ ਸੰਘਰਸ਼ ਚੱਲ ਰਿਹਾ MSP ਤੇ, ਜੀ APMC, ਅਸਲ ਦੇ ਵਿੱਚ ਇਹ ਜਿਹੜੀ MSP ਆ, ਸਭ ਤੋਂ ਪਹਿਲਾਂ ਇਹਦੇ ਲਈ ਸੰਘਰਸ਼ ਵੀ ਸਰ ਛੋਟੂ ਰਾਮ ਜੀ ਨੇ ਲੜਿਆ। ਜੀ ਜਦੋਂ ਸੈਕੰਡ ਵਰਲਡ ਵਾਰ ਚੱਲ ਰਹੀ ਸੀ ਨਾ, ਜੀ ਉਸ ਵੇਲੇ ਬ੍ਰਿਟਿਸ਼ ਕਹਿੰਦੇ ਵੀ ਫੂਡ ਦੀ ਬਹੁਤ ਘਾਟ ਆ ਗਈ ਹੈ, ਜੀ ਠੀਕ ਨਹੀਂ? ਮੇਰਾ ਖਿਆਲ ਲਾਰਡ ਵਾਇਸਰਾਏ ਲਾਰਡ ਵੇਵਲ, ਜੀ ਉਹ ਕਹਿੰਦਾ ਵੀ ਸਾਨੂੰ ਵੱਧ ਤੋਂ ਵੱਧ ਫੂਡ ਚਾਹੀਦਾ, ਵੀ ਘਾਟ ਆ ਗਈ, ਜੰਗ ਲੱਗੀ ਹੋਈ ਹੈ, ਤੇ ਕਣਕ ਜਿਹੜੀ ਆ 6 ਰੁਪਏ ਮਣ, 6 ਰੁਪਏ ਮਣ ਜਿਹੜੀ ਆ ਉਹ ਅਸੀਂ ਖਰੀਦਣੀ ਆ, ਬਈ ਸਾਨੂੰ ਵੱਧ ਤੋਂ ਵੱਧ ਚਾਹੀਦਾ, ਇਹ ਫੂਡ ਚਾਹੀਦਾ, ਦਾਣੇ ਚਾਹੀਦੇ, ਹਨਾ, ਦਾਣਾ। ਤੇ ਸਰ ਛੋਟੂ ਰਾਮ ਜੀ ਅੜ ਗਏ ਉੱਥੇ, ਉਹ ਇੱਕ ਡਾਹ ਕੇ ਅੜ ਗਏ, ਉਹ ਕਹਿੰਦੇ ਨਾ 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 ਨਾ, 6 ਰੁਪਏ ਨਹੀਂ, ਕਹਿੰਦੇ ਘੱਟੋ ਘੱਟ ਜਿਹੜੀ ਆ ਇਹਦੀ ਪੱਕੀ ਕੀਮਤ ਮਿੱਥੀ ਜਾਵੇ। ਉਹ ਕਹਿੰਦੇ ਵੀ ਕਿਸਾਨ ਮਜ਼ਦੂਰ ਭੁੱਖੇ ਮਰ ਰਹੇ ਆ, ਤੇ ਕਹਿੰਦੇ ਨੇ ਕਿ ਉਸ ਵੇਲੇ ਸਰ ਛੋਟੂ ਰਾਮ ਜੀ ਨੇ ਏਡਾ ਵੱਡਾ ਐਕਸ਼ਨ ਲਿਆ। ਉਹ ਸਰਕਾਰ ਕਹਿੰਦੀ ਸੀ ਮੈਂ 6 ਰੁਪਏ MSP ਤੇ ਕਣਕ ਖਰੀਦਣੀ ਹੈ, 6 ਰੁਪਏ ਮਣ, ਤੇ ਸਰ ਛੋਟੂ ਰਾਮ ਜੀ ਨੇ ਸੰਘਰਸ਼ ਕਰਕੇ ਉਸ ਵੇਲੇ ਕਹਿੰਦੇ ਘੱਟੋ ਘੱਟ, ਕਹਿੰਦੇ 10 ਰੁਪਏ 10 ਰੁਪਏ ਦੀ ਕਹਿੰਦੇ ਕੀਮਤ ਰੱਖੀ ਜਾਵੇ। ਤਾਂ ਕਹਿੰਦੇ ਫਿਰ ਮਤਲਬ 11 ਰੁਪਏ ਦੇ ਉੱਪਰ ਉਹ ਸਰਕਾਰ ਨੂੰ ਗੋਡੇ ਟੇਕਣੇ ਪੈ ਗਏ, ਤੇ 11 ਰੁਪਏ ਦੇ ਉੱਪਰ ਉਹਨਾਂ ਨੇ MSP ਉਸ ਵੇਲੇ ਕਣਕ ਦੀ ਜਿਹੜੀ ਹੈ ਉਹ ਮਣ ਦੇ ਹਿਸਾਬ ਨਾਲ ਰੱਖ ਕੇ, ਤੇ ਨਾਲ APMC ਜਿਹੜੀ ਅੱਜ ਕੱਲ ਆਪਣੇ ਇਹ ਕਾਨੂੰਨ ਖਤਮ ਕਰ ਰਹੇ ਨੇ, ਉਹ ਐਗਰੀਕਲਚਰ ਪ੍ਰੋਡਿਊਸਿੰਗ ਮਾਰਕੀਟ ਕਮੇਟੀ, ਉਹ ਸਾਰੀ ਹੀ ਉਹ ਜਿਹੜੇ ਮੰਡੀਆਂ ਨਾ, ਦਰਅਸਲ ਉਹ ਮੰਡੀਆਂ ਦੀ ਰੂਪ ਰੇਖਾ ਸਰ ਛੋਟੂ ਰਾਮ ਜੀ ਨੂੰ ਸਿਰਾ ਜਾਂਦਾ। ਐਵੇਂ ਨਹੀਂ ਮਹਾ ਪੰਜਾਬ ਜਿਹੜਾ ਉਹ ਜਿਹੜਾ ਮਤਲਬ ਕਿ ਸਾਰਾ ਇੰਡੀਆ ਉੱਤੇ ਰੋਟੀ ਖਾਂਦਾ ਸੀਗਾ। ਕਿਉਂ ਮਹਾ ਪੰਜਾਬ ਦੇ ਲੋਕ ਕਿਉਂ ਅਮੀਰ ਸੀਗੇ, ਕਿਉਂ ਫਿਜ਼ੀਕਲੀ ਤਕੜੇ? ਕਿਉਂਕਿ ਹਰ ਇੱਕ ਨੂੰ ਖਾਣ ਪੀਣ ਨੂੰ ਸਾਰਾ ਕੁਝ ਮਿਲਦਾ ਸੀਗਾ, ਠੀਕ ਨੇ, ਕੰਮ ਵੀ ਤਕੜੇ, ਸਾਰਾ ਕੁਝ ਕਰਦੇ ਸੀਗੇ। ਮਤਲਬ ਇਹ ਸਾਰਾ ਮੰਡੀਆਂ ਦਾ ਸਿਸਟਮ ਜਿਹੜਾ ਆ, ਇਹ ਸਾਰਾ ਕੁਝ ਸਰ ਛੋਟੂ ਰਾਮ ਜੀ ਦੀ ਬਦੌਲਤ ਆ। ਤੇ ਅੱਜ ਦਾ ਸੰਘਰਸ਼ ਜਿਹੜਾ ਨਾ, ਮੈਂ ਤਾਂ ਇਹ ਗੱਲ ਕਹੂੰਗਾ ਵੀ ਅੱਜ ਦੇ ਸੰਘਰਸ਼ ਦੇ ਵਿੱਚ ਆਪਾਂ ਕੋਸ਼ਿਸ਼ ਕਰਾਂਗੇ ਕਿ ਲੋਕਾਂ ਨੂੰ ਸੰਵਿਧਾਨ ਬਾਰੇ ਵੀ ਜਾਣਕਾਰੀ ਹੋਵੇ, ਉਹਦੇ
ਆਰਟੀਕਲਸ ਕੀ ਕਹਿੰਦੇ ਨੇ, ਜੀ, ਆਪਣੇ ਅਧਿਕਾਰਾਂ ਦੇ ਬਾਰੇ ਉਹਨਾਂ ਨੂੰ ਪਤਾ ਤਾਂ ਹੋਣਾ ਚਾਹੀਦਾ, ਫਿਰ ਇਹ ਗੱਲਬਾਤ ਕਰ ਸਕਦੇ ਆ, ਜੀ ਬਿਲਕੁਲ। ਹਨਾ। ਜੀ, ਤੇ ਆਹ ਜਿਹੜਾ ਸੰਘਰਸ਼ ਵੀ ਹੈ, ਇਹਦਾ ਜਿਹੜਾ ਬੇਸ ਆ, ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਫਿਊਡਲਿਜ਼ਮ ਸਿਸਟਮ ਨੂੰ ਤੋੜਿਆ, ਉਹਦੀਆਂ ਧੱਜੀਆਂ ਜਾਗੀਰਦਾਰੀ ਸਿਸਟਮ ਖਤਮ ਕੀਤਾ, ਜੀ, ਔਰ ਉਸ ਤੋਂ ਬਾਅਦ ਸਰ ਛੋਟੂ ਰਾਮ ਜੀ ਨੇ ਸਰਕਾਰੀ ਤੌਰ ਤੇ ਜਦੋਂ ਸੰਵਿਧਾਨ ਆਰਟੀਕਲਸ ਬਣ ਗਏ ਨੇ, ਖੁਦ ਉਹ ਆਪਣੇ 1935 ਵਿੱਚ ਜਦੋਂ ਰੈਵਨਿਊ ਮਿਨਿਸਟਰ ਬਣੇ, ਉਹਨਾਂ ਨੇ ਕਾਨੂੰਨ ਬਣੇ ਨੇ, ਤੇ ਉਹੀ ਕਾਨੂੰਨ ਜਿਹੜੇ ਆ, ਉਹੀ ਕਾਨੂੰਨ ਬਾਬਾ ਸਾਹਿਬ ਅੰਬੇਡਕਰ ਜੀ ਨੇ ਸੰਵਿਧਾਨ ਦੇ ਵਿੱਚ ਦਰਜ ਕੀਤੇ ਆ ਬਾਅਦ ਵਿੱਚ। ਦੇਖੋ, ਜੀ, ਉਹ ਸਾਰੇ 1935 ਦਾ ਐਕਟ, 1935 ਦੇ ਸਾਰੇ, ਉਹ ਸਾਰਾ ਕੁਝ ਬਾਬਾ ਸਾਹਿਬ ਅੰਬੇਡਕਰ ਨੇ ਸੰਵਿਧਾਨ 'ਚ ਦਰਜ ਕੀਤੇ। ਪਰ ਅੱਜ ਅਗਲਿਆਂ ਕੋਲ ਪਾਵਰ ਆ, ਉਹਨਾਂ ਨੇ ਉਸ ਸੰਵਿਧਾਨ ਦੀਆਂ ਵੀ ਧੱਜੀਆਂ ਉਡਾਈਆਂ ਜਾ ਰਹੀਆਂ। ਉਹ ਸਾਰੇ ਖੇਤੀਬਾੜੀ ਦੇ ਕਾਨੂੰਨ ਜਿਹੜੇ ਸੂਬਿਆਂ ਦੇ ਅਧਿਕਾਰ ਖੇਤਰ 'ਚ ਆਉਂਦੇ ਆ, ਉਹ ਸਾਰਾ ਇਹ ਫਿਊਡਲਿਜ਼ਮ ਸਿਸਟਮ ਲਿਆ ਰਹੇ ਨੇ, ਸਾਰੀ ਸ਼ਕਤੀ ਜਿਹੜੀ ਆ ਉਹ ਉੱਪਰ ਲੈ ਕੇ ਜਾ ਰਹੇ ਨੇ ਸੈਂਟਰ ਦੇ ਵਿੱਚ, ਜੀ, ਜੀ, ਹਨਾ। ਜੀ ਤੇ ਬਿਲਕੁਲ। ਧੰਨਵਾਦ ਜੀ ਤੁਹਾਡਾ, ਬਹੁਤ ਬਹੁਤ ਸ਼ੁਕਰੀਆ, ਔਰ ਕੋਟ ਸਲੂਟ ਆ ਉਸ ਮਹਾਨ ਜਰਨੈਲ ਨੂੰ। ਜੀ, ਦੀਨ ਬੰਧੂ ਤਾਈਓ ਕਹਿੰਦੇ ਨੇ, ਉਹ ਗਰੀਬਾਂ ਮਜ਼ਲੂਮਾਂ ਦੇ ਰਾਖੇ ਹੋਏ ਆ, ਬਿਲਕੁਲ, ਬਿਲਕੁਲ। ਤੇ ਸਾਡਾ ਹੱਕ ਬਣਦਾ ਇਹੋ ਜਿਹੇ ਜਰਨੈਲਾਂ ਨੂੰ, ਇਹੋ ਜਿਹੇ ਯੋਧਿਆਂ ਨੂੰ ਬਿਲਕੁਲ ਜੀ ਉਹ ਹਮੇਸ਼ਾ ਹੀ ਯੈਸ ਸਲਾਮ। ਸਲੂਟ ਹੈ ਸਾਡਾ ਯਾਰ। ਦੇਖੋ, ਜੀ, ਕੋਟ ਪ੍ਰਣਾਮ ਇਹੋ ਜਿਹੇ ਜਰਨੈਲਾਂ ਦਾ ਤੁਸੀਂ ਜ਼ਰੂਰ ਲੈ ਕੇ ਆਇਆ ਕਰੋ, ਲੋਕਾਂ ਨੂੰ ਥੋੜਾ ਜਾਣਕਾਰੀ ਹੋਵੇ ਨਾ। ਨਹੀਂ ਜ਼ਰੂਰ, ਕਿਉਂਕਿ ਤੁਹਾਡੇ ਕੋਲ ਜਿਹੜਾ ਬਹੁਤ ਜਿਹੜਾ ਜਾਣਕਾਰੀ ਦਾ ਖਜ਼ਾਨਾ ਹੈ ਤੁਹਾਡੇ ਕੋਲ, ਤੇ ਅਸੀਂ ਹਮੇਸ਼ਾ ਹੀ ਜਿਹੜੇ ਸਾਡੇ ਸਿੱਖ ਕੌਮ ਦੇ ਜਿਹੜੇ ਜਾਂ ਜਿਹੜੇ ਸਮਾਜਿਕ ਪੂਰੇ ਸਮਾਜ ਦੇ ਵਾਸਤੇ ਜਿਹੜੇ ਲੋਕ ਹੀਰੋ ਆ, ਅਸੀਂ ਹਮੇਸ਼ਾ ਹੀ ਜੇ ਕੋਸ਼ਿਸ਼ ਕਰਾਂਗੇ ਵੀ ਇੱਕ ਇੱਕ ਦਿਨ ਜਿਹੜਾ, ਜਾਂ ਜਦੋਂ ਵੀ ਕਦੇ ਤੁਹਾਡੇ ਨਾਲ ਅਸੀਂ ਰੂਬਰੂ ਹੋਇਆ ਕਰੀਏ, ਉਦੋਂ ਕਿਸੇ ਨਾ ਕਿਸੇ ਇੱਕ ਇਤਿਹਾਸ ਦੇ ਪਾਤਰ ਦੇ ਉੱਤੇ ਜਿਹਨੇ ਸਮਾਜ ਦੇ ਵਾਸਤੇ, ਦੁਨੀਆ ਦੇ ਵਾਸਤੇ ਬਹੁਤ ਕੁਝ ਕੀਤਾ, ਅਸੀਂ ਜ਼ਰੂਰ ਤੁਹਾਡੇ ਨਾਲ ਜਾਣਕਾਰੀ ਜਿਹੜੀ ਸਾਂਝੀ ਕਰਿਆ ਕਰਾਂਗੇ ਸਾਰੇ ਦਰਸ਼ਕਾਂ ਤੱਕ, ਸਰੋਤਿਆਂ ਤੱਕ। ਸੋ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਸਰਦਾਰ ਇੰਦਰਜੀਤ ਸਿੰਘ ਜੀ। ਉਮੀਦ ਕਰਦੇ ਹਾਂ ਕਿ ਫਿਰ ਅੱਗੇ ਤੋਂ ਵੀ ਜਿੱਦਾਂ ਜਦੋਂ ਅਸੀਂ ਤੁਹਾਨੂੰ ਬੇਨਤੀ ਕਰਾਂਗੇ ਤਾਂ ਤੁਸੀਂ ਹਾਜ਼ਰ ਹੋ ਜਾਇਆ ਕਰੋਗੇ ਜੀ। ਥੈਂਕ ਯੂ ਜੀ। ਜ਼ਰੂਰ ਮਹਾਰਾਜ, ਜ਼ਰੂਰ, ਤੁਹਾਡੇ ਅਸੀਂ ਤਾਂ ਹਾਂ, ਹੁਕਮ ਦੇ ਕੀ ਕਹਿੰਦੇ ਹੁੰਦੇ, ਗੋਲੇ ਆ ਜੀ। ਹਾਂਜੀ, ਓਕੇ ਜੀ, ਓਕੇ, ਵਾਹਿ ਖਾਲਸਾ ਵਾਹਿਗੁਰੂ। ਓਕੇ, ਵਾਹ ਖਾਲਸਾ ਵਾਹਿਗੁਰੂ। ਸੋ ਸਤਿਕਾਰਯੋਗ ਸਰੋਤਿਓ ਤੇ ਦਰਸ਼ਕੋ, ਅਸੀਂ ਗੱਲ ਕਰ ਰਹੇ ਸੀ ਸਰ ਛੋਟੂ ਰਾਮ ਹੋਣਾ ਦੇ ਜੀਵਨ ਦੇ ਤੇ ਉਹਨਾਂ ਦੇ ਸੰਘਰਸ਼ ਦੇ ਬਾਰੇ ਵਿੱਚ। ਸਰਦਾਰ ਇੰਦਰਜੀਤ ਸਿੰਘ ਜੀ ਬੱਲੋਵਾਲ, ਉਹਨਾਂ ਨੇ ਬਹੁਤ ਹੀ ਵਧੀਆ ਜਿਹੜੀ ਸਾਨੂੰ ਜਾਣਕਾਰੀ ਦਿੱਤੀ ਹੈ, ਸਾਡੇ ਦਰਸ਼ਕਾਂ ਨੂੰ ਵੀ, ਸਰੋਤਿਆਂ ਨੂੰ ਵੀ। ਸੋ ਉਮੀਦ ਕਰਦੇ ਹਾਂ ਤੁਹਾਨੂੰ ਇਹ ਜਿਹੜਾ ਪ੍ਰੋਗਰਾਮ ਸਾਡਾ ਅੱਜ ਦਾ ਪਸੰਦ ਆਇਆ ਹੋਊਗਾ। ਆਪਣੇ ਜਿਹੜੇ ਕਮੈਂਟ ਆ, ਜਾਂ ਤੁਸੀਂ ਵਾਇਸ ਰਿਕਾਰਡਰ ਦੇ ਰਾਹੀਂ ਵੀ ਆਪਣਾ ਮੈਸੇਜ ਭੇਜ ਸਕਦੇ ਹੋ। ਮੈਂ ਹਮੇਸ਼ਾ ਬੇਨਤੀ ਕਰਦਾ ਹੁੰਦਾ ਹਾਂ ਕਿ ਸਕਰੀਨ ਦੇ ਉੱਤੇ ਮੇਰਾ ਨੰਬਰ ਚੱਲ ਰਿਹਾ, ਤੁਸੀਂ ਇਹਦੇ ਉੱਤੇ ਹਮੇਸ਼ਾ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਇੱਕ ਜਿਹੜੀ ਖਾਸ ਬੇਨਤੀ ਆ ਕਿ ਬਹੁਤ ਸਾਰੇ, ਜਦੋਂ ਦਾ ਅਸੀਂ ਟੀਵੀ ਚੈਨਲ ਸ਼ੁਰੂ ਕੀਤਾ, ਇਸ ਨੰਬਰ ਦੇ ਉੱਤੇ ਬਹੁਤ ਸਾਰੇ ਜਿਹੜੇ ਫੋਨ ਆਉਂਦੇ ਆ। ਮੈਂ ਪਹਿਲਾਂ ਵੀ ਇੱਕ ਦਿਨ ਬੇਨਤੀ ਕੀਤੀ ਸੀ, ਉਹਦੇ ਵਿੱਚੋਂ ਜਿਹੜਾ ਬਹੁਤ ਸਾਰੀਆਂ ਕਾਲਾਂ ਹੁੰਦੀਆਂ ਆ, ਉਹ ਜਾਂ ਤਾਂ ਟੈਲੀ ਮਾਰਕੀਟਿੰਗ ਦੀਆਂ ਹੁੰਦੀਆਂ, ਤੇ ਜਾਂ ਜਿਹੜੀਆਂ ਉਹਨਾਂ ਦੇ ਵਿੱਚ ਕੋਈ ਸਕੈਮ ਹੁੰਦਾ ਛਿਪਿਆ ਹੋਇਆ। ਸੋ ਬਹੁਤੀਆਂ ਜਿਹੜੇ ਮੈਂ ਫੋਨ ਪਿਕ ਨਹੀਂ ਕਰਦਾ, ਪਰ ਤੁਸੀਂ ਕੋਈ ਵੀ ਮੈਸੇਜ ਭੇਜ ਦਿਓ ਮੈਨੂੰ, ਜਿਹੜਾ ਟੈਕਸਟ ਮੈਸੇਜ ਭੇਜ ਦਿਓ, ਜਾਂ ਤੁਸੀਂ ਮੈਨੂੰ ਵਾਇਸ ਮੈਸੇਜ ਭੇਜ ਦਿਓ, ਉਹ ਮੈਂ ਜ਼ਰੂਰ ਸੁਣਦਾ ਹਾਂ। ਸੋ ਇਸ ਨੰਬਰ ਦੇ ਉੱਤੇ ਤੁਸੀਂ ਆਪਣੇ ਕੀਮਤੀ ਸੁਝਾਅ ਮੈਨੂੰ ਜ਼ਰੂਰ ਦਿਓ, ਤਾਂ ਕਿ ਅਸੀਂ ਆਪਣੇ ਚੈਨਲ ਨੂੰ, ਆਪਣੇ ਰੇਡੀਓ ਨੂੰ ਹੋਰ ਬਿਹਤਰ ਬਣਾ ਸਕੀਏ। ਸੋ ਅੱਜ ਦੇ ਵਾਸਤੇ ਅਸੀਂ ਅੱਜ ਦਾ ਪ੍ਰੋਗਰਾਮ ਸਮਾਪਤ ਕਰਦੇ ਹਾਂ, ਖਤਮ ਕਰਦੇ ਹਾਂ। ਅਗਲੇ ਪ੍ਰੋਗਰਾਮ ਦੇ ਨਵੀਆਂ ਗੱਲਾਂ, ਨਵੇਂ ਮੁੱਦੇ ਨੂੰ ਲੈ ਕੇ ਹਾਜ਼ਰ ਹੋਵਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ।